बिल किसानों के लिए कैसे फ़ायदेमंद है? एक तो जैसे बिल पहले पास किया गया था बिहार में ख़त्म है ना आड़ती सिस्टम, कितना फ़ायदा हो रहा है? यदि हमारे प्रधानमंत्री जो हैं वो उनके देश जा कर के उन्हें कुछ सलाह मशवरा दे सकते हैं तो वहाँ के लोग क्यों नहीं हमें बोल सकते हैं। और रही किसानों की बात, तो जिनके ऊपर बीतती है वही जानता है। ਉੱਥੇ 1800 ਰੁਪਿਆ MSP ਆ ਤੇ ਉਹ 8-900 ਰੁਪਏ ਵੇਚ ਰਹੇ ਆ। ਇਹ ਬਹੁਤ ਵੱਡਾ ਫਾਇਦਾ। ਜਿਵੇਂ ਕਿਹਾ ਜਾਂਦਾ ਖੁੱਡਾ ਵਿੱਚੋਂ ਜਦੋਂ ਬਰਸਾਤ ਪੈਂਦੀ ਹੈ ਉਹ ਵੀ ਕੀੜੇ ਬਾਹਰ ਆ ਗਏ ਜਿਹੜੇ ਕੁਝ ਬੋਲ ਨਹੀਂ ਰਹੇ ਸੀ ਤੇ ਇੰਟਰਨਲ ਮੈਟਰ ਕਹਿਣ ਲੱਗ ਗਏ। ਇਹ ਅੰਦਰ ਦਾ ਮਾਮਲਾ ਹੈ, ਜਿਵੇਂ ਅਸੀਂ ਐਡਸ ਵੀ ਦੇਖ ਸਕਦੇ ਸੀ ਲਕਸਕੋ ਜੀ, ਇਹ ਅੰਦਰ ਦਾ ਮਾਮਲਾ ਹੈ। ਇਹੋ ਜਿਹੀਆਂ ਗੱਲਾਂ ਆਉਣ ਲੱਗ ਗਈਆਂ। ਕੀ ਕਹਿਣਾ ਚਾਹੋਗੇ ਉਹ ਟਵਿੱਟਰ ਬਾਹਰ ਬੜੇ ਤੇ ਜਿਹੜੇ ਲੋਕ ਕਹਿ ਰਹੇ ਆ ਤਾਂ ਜੀ ਇੰਟਰਨਲ ਹੈ, ਸਾਡਾ ਸਭ ਕੁਝ ਇੰਟਰਨਲ ਹੈ। ਜਿਹੜੇ ਬਾਲੀਵੁੱਡ ਦੇ ਸਟਾਰ ਆ ਇਹ ਪਹਿਲਾਂ ਕਹਿੰਦੇ ਸੀ, ਜਿਵੇਂ ਅਕਸ਼ੇ ਕੁਮਾਰ ਹੋ ਗਿਆ, ਇਹ ਕਹਿ ਰਿਹਾ ਸੀ ਵੀ ਮੈਂ ਪੰਜਾਬ ਦਾ ਪੁੱਤਰ ਆ, ਪੰਜਾਬ ਦਾ ਪੁੱਤਰ ਆ। ਹੁਣ ਜਦੋਂ ਪੰਜਾਬ ਨੂੰ ਸਭ ਤੋਂ ਜ਼ਿਆਦਾ ਲੋੜ ਪਈ ਉਹਦੀ ਤਾਂ ਉਦੋਂ ਉਹ ਚੁੱਪ ਕਰ ਗਿਆ ਤੇ ਉੱਤੋਂ ਦੀ ਉਹ ਉਹਦੇ ਵਿਰੁੱਧ ਬਿਆਨ ਦੇ ਰਿਹਾ ਵਾ। ਇਹ ਬਹੁਤ ਗਲਤ ਗੱਲ ਹੈ ਜੀ। ਜਦੋਂ ਬਲੈਕ ਲਾਈਵਸ ਮੈਟਰ ਦਾ ਹੈਸ਼ਟੈਗ ਚੱਲਿਆ ਸੀਗਾ ਉਦੋਂ ਸਾਰਿਆਂ ਨੇ ਐਡਾ ਉਹਨੂੰ ਸਪੋਰਟ ਕੀਤਾ, ਇੰਡੀਅਨ ਕ੍ਰਿਕਟਰ, ਸੈਲੀਬ੍ਰਿਟੀ ਸਭ ਉੱਠ ਕੇ ਆਏ। ਪਰ ਜਦੋਂ ਘਰ ਦਾ ਮਾਮਲਾ ਆਇਆ ਹੈਗਾ ਤਾਂ ਸਾਰੇ ਚੁੱਪ ਕਰ ਗਏ। ਜੋ ਵੀ ਰਿਹਾਨਾ ਨੇ ਕੀਤਾ ਟਵੀਟ ਉਹ ਬਹੁਤ ਹੀ ਵਧੀਆ ਲੱਗਿਆ। ਬਟ ਅਗਰ ਆਪਾਂ ਕੰਗਨਾ ਦਾ ਦੇਖੀਏ, ਉਹ ਕਹਿੰਦੀ ਹੈ ਕਿ ਪੈਸੇ ਲੈ ਲੈ ਕੇ ਆਇਆ ਐਂਡ ਜਦੋਂ ਕਰੋਨਾ ਸੀਗਾ 36 ਕਰੋੜ ਰੁਪਏ ਉਹਨੇ ਡੋਨੇਟ ਕੀਤਾ ਐਂਡ ਕੰਗਨਾ ਵਰਗੇ ਕਹਿ ਰਹੇ ਨੇ ਕਿ ਪੈਸੇ ਲੈ ਕੇ ਆਏ ਹੋਏ ਨੇ। ਕੰਗਨਾ ਵਰਗੇ ਅਜੇ ਦੇਵਗਨ, ਸੁਨੀਲ ਸ਼ੈਟੀ, ਜਿਵੇਂ ਪਹਿਲਾਂ ਵੀ ਦੱਸਿਆ, ਇਹ ਸਾਰੇ ਪੈਸੇ ਲੈ ਕੇ ਆਏ ਹੋਏ ਨੇ। ਐਡੇ ਲੋਕਾਂ ਨੂੰ ਮਿਸਟ੍ਰੀਟ ਕੀਤਾ ਜਾ ਰਿਹਾ ਹੈਗਾ ਵੈ। ਇੰਨੇ ਟਾਈਮ ਤੋਂ ਬੈਠੇ ਹੋਏ ਆ ਧਰਨੇ ਤੇ ਉਦੋਂ ਤਾਂ ਉਹਨਾਂ ਨੂੰ ਕੁਝ ਖਿਆਲ ਨਹੀਂ ਆਇਆ ਸੀਗਾ। ਹੁਣ ਇੱਕ ਬੰਦੇ ਨੇ ਟਵੀਟ ਕੀਤਾ ਹੈਗਾ ਵੈ ਤੇ ਉਹ ਸਾਰੇ ਉੱਠ ਕੇ ਆ ਗਏ ਹੈਗੇ ਆ। ਪਹਿਲੇ ਸੁੱਤੇ ਪਏ ਸੀਗੇ ਥੋੜੇ ਟਾਈਮ ਪਹਿਲੇ। ਕਹਿੰਦੇ ਨੇ ਕਿ ਜਿਹੜਾ ਝੰਡਾ ਆ ਉਹ ਖਾਲਿਸਤਾਨੀਆਂ ਦਾ। ਸੋ PM ਨੇ ਵੀ ਝੰਡਾ ਬੰਨਿਆ ਸੀਗਾ ਜਦੋਂ ਗੁਰਦੁਆਰੇ ਗਏ ਸੀ ਤਾਂ ਕਿ ਉਹ ਵੀ ਖਾਲਿਸਤਾਨੀ ਹੋਏ, ਨਹੀਂ ਨਾ। ਸੋ ਇਹ ਕਹਿਣਾ ਬਿਲਕੁਲ ਹੀ ਗਲਤ ਹੈ ਕਿ ਉਹ ਟੈਰਰਿਸਟ ਜਾਂ ਖਾਲਿਸਤਾਨੀ ਆ। ਘਰ ਦਾ ਮਾਮਲਾ ਹੋ ਸਕਦਾ ਉਦੋਂ ਤੱਕ ਜਿੰਨੀ ਦੇਰ ਤੱਕ ਘਰ 'ਚ ਰੱਖਿਆ ਜਾਵੇ। ਜਦੋਂ ਸੜਕਾਂ 'ਤੇ ਆ ਜਾਂਦਾ ਮਤਲਬ ਉਦੋਂ ਘਰ ਦਾ ਮਾਮਲਾ ਨਹੀਂ ਰਹਿੰਦਾ, ਇੰਟਰਨਲ ਮੈਟਰ ਨਹੀਂ ਰਹਿੰਦਾ। ਤੇ ਕੰਗਨਾ ਬਾਰੇ ਕੀ ਸੋਚਦੇ? ਬਸ ਕੀ ਸੋਚਣਾ, ਹੁਣ ਕੋਈ ਵੀ 2 ਟਕੇ ਦੀ ਔਰਤ ਆ ਕੇ ਕੁਝ ਕਹਿ ਨਹੀਂ ਸਕਦੇ ਕਿਸਾਨਾਂ ਬਾਰੇ। ਹੁਣ ਕਿਸਾਨ ਐਡੀ ਵੱਡੀ ਯੂਨੀਅਨ ਬਾਰੇ ਉਹ ਇੱਦਾਂ ਦੀਆਂ ਗੱਲਾਂ ਕਰ ਰਹੇ ਆ ਵੀ ਕੰਗਨਾ ਵਰਗਿਆਂ ਨੂੰ ਆਪਣੇ ਜਿਹੜੇ ਬਾਲੀਵੁੱਡ ਦੇ ਇੰਟਰਨੈਸ਼ਨਲ ਐਕਟਰ ਰਿਹਾਨਾ ਵਰਗੇ ਉਹ ਸਿੱਖਿਆ ਲੈਣੀ ਚਾਹੀਦੀ ਆ। ਅਕਸ਼ੇ ਕੁਮਾਰ, ਅਜੇ ਦੇਵਗਨ, ਸੁਨੀਲ ਸ਼ੈਟੀ, ਆਪਣੇ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ, ਇਹਨਾਂ ਨੂੰ ਪੁੱਛਣਾ ਚਾਹਾਂਗਾ ਤੁਸੀਂ ਕਿਉਂ ਕਮੈਂਟ ਕਰ ਰਹੇ ਹੋ, ਕਿਉਂ ਟਵੀਟ ਕਰ ਰਹੇ ਹੋ? ਅਗਰ ਤੁਸੀਂ ਕਿਸਾਨਾਂ ਦੇ ਹੱਕ 'ਚ ਨਹੀਂ ਹੋ ਤਾਂ ਸਰਕਾਰ ਨਾਲ ਕਿਉਂ ਖੜ ਰਹੇ ਹੋ? ਇਹ ਵੀ ਰੀਜ਼ਨ ਦੱਸ ਦਿਓ। ਕਹਿ ਰਹੇ ਹੋ ਸਾਡਾ ਇੰਟਰਨਲ ਮੈਟਰ ਹੈ, ਇੱਥੇ ਕਿਹੜਾ ਜੰਗ ਲੱਗੀ ਹੋਈ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਕੁਵਰਜੋਤ ਸਿੰਘ। ਇਸ ਸਮੇਂ ਅਸੀਂ ਮੌਜੂਦ ਆ SCD ਗਵਰਨਮੈਂਟ ਕਾਲਜ 'ਚ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ, ਇਸ ਸਮੇਂ ਜੇ ਗੱਲ ਕਰੀਏ ਤਾਂ ਮੇਨ ਮੁੱਦਾ ਹੈ ਖੇਤੀਬਾੜੀ, ਕਿਸਾਨੀ ਅੰਦੋਲਨ ਜਾਂ ਕਿਸਾਨੀ ਕਾਨੂੰਨ, ਜਿਹਨੂੰ ਫਾਰਮ ਲੋਜ਼ ਵੀ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ। ਦਿੱਲੀ ਦੀ ਬਰੂਹਾਂ 'ਤੇ 2 ਮਹੀਨੇ ਤੋਂ ਵੱਧ ਕਿਸਾਨਾਂ ਨੂੰ ਹੋ ਗਿਆ ਧਰਨਾ ਪ੍ਰਦਰਸ਼ਨ ਕਰਦਿਆਂ, ਪਰ ਸਰਕਾਰ ਗੱਲ ਨਹੀਂ ਮੰਨ ਰਹੀ। ਜੇ ਸੈਟਰਡੇ ਦੀ ਗੱਲ ਕਰੀਏ ਤਾਂ ਨਰਿੰਦਰ ਤੋਮਰ ਜੋ ਸਾਡੇ ਖੇਤੀਬਾੜੀ ਮੰਤਰੀ ਹੈ, ਬੜੇ ਹੀ ਖੁਸ਼ ਲੱਗ ਰਹੇ ਸੀ। ਬੜਾ ਖੁਸ਼ ਹੋ ਕੇ ਉਹਨਾਂ ਨੇ ਕਿਹਾ ਵੀ ਇਹ ਜੋ ਕਾਨੂੰਨ ਨੇ ਕਿਸਾਨਾਂ ਦੇ ਹੱਕ 'ਚ ਵੀ ਨੇ। ਤੇ ਅੱਜ ਸਵੇਰ ਦਾ ਰਾਜ ਸਭਾ ਦਾ ਜੋ ਸੈਸ਼ਨ ਹੋਇਆ ਉਸ ਵਿੱਚ ਨਰਿੰਦਰ ਮੋਦੀ ਨੇ ਜੋ ਬੋਲਿਆ ਉਹ ਵੀ ਸਾਰਿਆਂ ਨੇ ਸੁਣਿਆ ਹੋਏਗਾ ਜ਼ਰੂਰ। ਉਹਨਾਂ ਨੇ ਕਿਹਾ ਮੈਂ ਸਿੱਖਾਂ ਦਾ ਜੋ ਹੈ ਬਹੁਤ ਜ਼ਿਆਦਾ ਇੱਜ਼ਤ ਕਰਦਾ, ਸਿੱਖ ਇਤਿਹਾਸ ਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ, ਪਰ ਆਹ ਲੋਕ ਜਿਹੜੇ ਅੰਦੋਲਨ ਕਰ ਰਹੇ ਨੇ ਇਹ ਅੱਗੇ ਵੀ ਇਹੋ ਜਿਹੇ ਲੋਕਾਂ ਨੂੰ ਭੜਕਾਉਂਦੇ ਰਹੇ ਨੇ ਤੇ ਹੁਣ ਵੀ ਭੜਕਾ ਰਹੇ ਨੇ। ਅਕਸਰ ਨਰਿੰਦਰ ਮੋਦੀ ਜਦੋਂ ਵੀ ਲਾਈਵ ਵੀ ਆਉਂਦੇ ਫੇਸਬੁੱਕ 'ਤੇ ਤਾਂ ਅਕਸਰ ਕਹਿੰਦੇ ਰਹਿੰਦੇ ਆ ਵੀ ਇਹ ਜਿਹੜੇ ਲੋਜ਼ ਨੇ ਇਹ ਕਿਸਾਨਾਂ ਦੇ ਹੱਕ 'ਚ ਨੇ, ਕਿਸਾਨਾਂ ਲਈ ਬਣੇ ਨੇ, ਪਰ ਕਿਸਾਨ ਪਹਿਲੇ ਦਿਨ ਤੋਂ ਇਸ ਦੇ ਖਿਲਾਫ ਨੇ, ਅੰਦੋਲਨ ਕਰ ਰਹੇ ਆ। ਪਤਾ ਨਹੀਂ ਇਹੋ ਜਿਹੀ ਕਿਹੜੀ ਉਹਨਾਂ ਨੂੰ ਕਹਿ ਸਕਦੇ ਆ ਵੀ ਚੀਜ਼ ਇਸ ਵਿੱਚ ਦਿਖ ਗਈ ਜੋ ਕਿਸਾਨਾਂ ਨੂੰ ਹਜੇ ਤੱਕ ਨਹੀਂ ਦਿਖੀ। ਤੇ ਸਾਡੇ ਨਾਲ ਇਸ ਸਮੇਂ ਪੜ੍ਹੇ ਲਿਖੇ ਨੌਜਵਾਨ ਨੇ। ਅਕਸਰ ਕਿਹਾ ਜਾਂਦਾ ਵੀ ਜਿਹੜੇ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਉਹ ਅਨਪੜ੍ਹ ਨੇ, ਉਹਨਾਂ ਨੇ ਇਹ ਲਾਜ਼ ਪੜ੍ਹੇ ਨਹੀਂ ਆ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਲਾਜ਼ ਦਾ ਕੀ ਫਾਇਦਾ ਹੋ ਸਕਦਾ, ਕੀ ਨੁਕਸਾਨ। ਇਹਨਾਂ ਤੋਂ ਫਾਇਦੇ ਵੀ ਪੁੱਛੇ ਜਾਣਗੇ, ਨੁਕਸਾਨ ਵੀ ਪੁੱਛੇ ਜਾਣਗੇ। ਪਹਿਲਾਂ ਤਾਂ ਆਹ ਤੁਸੀਂ ਦੇਖ ਸਕਦੇ ਹੋ ਸਾਰੇ ਕੋਈ ਮਾਸਟਰਸ ਕਰ ਰਿਹਾ, ਕੋਈ ਡਿਪਲੋਮਾ ਕਰ ਰਿਹਾ, ਕੋਈ ਬੈਚਲਰਸ ਕਰ ਰਿਹਾ।
ਹਾਂਜੀ, ਤੁਹਾਨੂੰ ਫਾਇਦੇ ਨਜ਼ਰ ਆਏ? ਇਕਨੋਮਿਕਸ ਦੇ ਸਟੂਡੈਂਟ ਹੋ ਤੁਸੀਂ? ਨਹੀਂ ਸਰ, ਸਾਇੰਸ ਦੇ ਸਟੂਡੈਂਟ ਸਰ। ਸਾਇੰਸ ਦੇ ਸਟੂਡੈਂਟ, ਚਲੋ ਸਾਇੰਸ ਦੇ ਸਟੂਡੈਂਟ, ਕੋਈ ਫਾਇਦਾ ਨਜ਼ਰ ਆਇਆ ਹਜੇ ਤੱਕ ਬਿੱਲ 'ਚ? ਸਰ ਫਾਇਦਾ ਤੇ ਦੇਖੋ, ਜਿਹੜੀ ਕੰਟਰੈਕਟ ਫਾਰਮਿੰਗ ਦੀ ਗੱਲ ਕੀਤੀ ਗਈ ਹੈ, ਨੋ ਡਾਊਟ ਉਹਦਾ ਫਾਇਦਾ ਜ਼ਰੂਰ ਹੈਗਾ ਕਿਤੇ ਨਾ ਕਿਤੇ, ਬਟ ਜੇ ਉਹਦੇ ਵਿੱਚ ਗਵਰਨਮੈਂਟ ਇਨਵੋਲਵ ਹੁੰਦੀ ਤਾਂ ਮੈਨੂੰ ਲੱਗਦਾ ਜ਼ਿਆਦਾ ਬੈਨੀਫਿਟ ਹੈ, ਕਿਉਂਕਿ ਪ੍ਰਾਈਵੇਟ ਪਲੇਅਰਸ ਦੀ ਜਿਹੜੀ ਗੱਲ ਹੈ ਉਹ ਪ੍ਰਾਈਵੇਟ ਕੰਪਨੀਜ਼ ਆਪਣਾ ਮੁਨਾਫਾ ਹੀ ਸੋਚਣਗੀਆਂ। ਕੋਈ ਵੀ ਫਾਰਮਰਸ ਕਿਸੇ ਬਾਰੇ ਨਹੀਂ ਸੋਚੇਗਾ ਕਿ ਤੈਨੂੰ ਕੀ ਨੁਕਸਾਨ ਹੋ ਰਿਹਾ, ਤੈਨੂੰ ਕੀ ਫਾਇਦਾ ਹੋ ਰਿਹਾ। ਬਟ ਜੇ ਕੰਟਰੈਕਟ ਫਾਰਮਿੰਗ ਦੇ ਵਿੱਚ ਗਵਰਨਮੈਂਟ ਇਨਵੋਲਵ ਹੁੰਦੀ ਹੈ, ਦੂਸਰੀ ਗੱਲ ਜ਼ਿਆਦਾ ਫਾਇਦਾ ਹੋਏਗਾ। ਦੂਸਰੀ ਗੱਲ ਜਿਹੜਾ ਆਪਣਾ ਜੁਡੀਸ਼ਰੀ ਹੈਗੀ ਹੈ ਇਹਦਾ ਉਹਦੇ ਵਿੱਚ ਸਿਰਫ SDM ਤੱਕ ਹਾਈਐਸਟ ਅਥਾਰਟੀ ਦਿੱਤੀ ਗਈ। SDM ਨੂੰ ਵੈਸੇ ਪਹਿਲੇ ਕਿੰਨਾ ਟਾਈਮ ਹੈ ਸਰ, ਅਸੀਂ ਜਾਣਦੇ ਹਾਂ ਦਫ਼ਤਰਾਂ ਦੇ ਵਿੱਚ ਕਿੰਨੀ ਕੁ ਸੁਣਵਾਈ ਹੋ ਰਹੀ ਹੈ ਆਪਣੀ। ਉਸ ਤੋਂ ਬਾਅਦ ਜਿਹੜੇ ਕਿਸਾਨਾਂ ਦੀ ਹੈਗੀ ਹੈ ਕਿ ਕੋਰਟ ਦੇ ਵਿੱਚ ਕੀਤੇ ਜਾਵੇ, ਅਮੈਂਡਮੈਂਟਸ ਕਰਨ ਨੂੰ ਤਿਆਰ ਹੈ, ਬਟ ਫਿਰ ਕਿਤੇ ਨਾ ਕਿਤੇ ਗੱਲ ਉਹੀ ਆ ਜਾਂਦੀ ਹੈ ਕਿ ਸਰਕਾਰ ਇਨਵੋਲਵ ਹੋਣੀ ਚਾਹੀਦੀ ਹੈ। ਪ੍ਰਾਈਵੇਟ ਪਲੇਅਰਸ ਜ਼ਰੂਰ ਹੋਣ, ਬਟ ਜਿਹੜੀ ਜ਼ਿਆਦਾ ਪਰਸੈਂਟੇਜ ਹੈ, ਸ਼ੇਅਰ ਹੈ, ਗਵਰਨਮੈਂਟ ਦਾ ਹੋਣਾ ਚਾਹੀਦਾ ਵਿੱਚ। ਅਮੈਂਡਮੈਂਟਸ ਕਰਨ ਵਾਸਤੇ ਤਿਆਰ ਹੈ, ਪਰ ਅੰਦਰ ਅਮੈਂਡਮੈਂਟਸ ਕਰਨ ਵਾਸਤੇ ਤਿਆਰ ਹੋ ਜਾਂਦੇ ਜਦੋਂ ਮੀਟਿੰਗ ਹੁੰਦੀ ਹੈ। ਬਾਹਰ ਆ ਕੇ ਜਿਵੇਂ ਰਾਜ ਸਭਾ ਦਾ ਨਰਿੰਦਰ ਤੋਮਰ ਦਾ ਬਿਆਨ ਸ਼ਾਇਦ ਤੁਸੀਂ ਵੀ ਸੁਣਿਆ ਹੈਗਾ, ਬੜੇ ਹੱਸ ਕੇ ਕਹਿ ਰਹੇ ਆ ਉੱਥੇ ਕਿਸਾਨ ਮਰਦੇ ਪਏ ਆ, ਇੱਥੇ ਬੜੇ ਹੱਸ ਕੇ ਕਹਿ ਰਹੇ ਆ ਵੀ ਇਹ ਤਾਂ ਵੀ ਫਾਇਦੇਮੰਦ ਹੈ। ਉਹਨਾਂ ਦੇ ਮੂੰਹ ਤੇ ਮੁਸਕਰਾਹਟ ਬੜੀ ਸੀ। ਸਰ ਉਹ ਤੇ ਉਹਨਾਂ ਦਾ ਕੰਮ ਹੀ ਇਹੀ ਹੈ ਜੀ, ਬਾਹਰ ਕੁਛ ਅੰਦਰ ਕੁਛ ਹੋਰ। ਬਟ ਮੈਨੂੰ ਲੱਗਦਾ ਕਿ ਅੱਜ ਦੀ ਸਾਡੀ ਜਿਹੜੀ ਜਨਤਾ ਬਹੁਤ ਸਿਆਣੀ ਹੈ, ਸੂਝਵਾਨ ਹੈ, ਸਭ ਕੁਝ ਸਮਝਦੀ ਹੈ। ਜਿਹੜੇ ਉੱਥੇ ਕਿਸਾਨ ਬੈਠੇ ਆ ਉਹ ਵੀ, ਉਹਨਾਂ ਨੂੰ ਕੋਈ ਨਾ ਕੋਈ ਦੇਖੋ ਕਮੀ ਦਿਖਦੀ ਹੋਏਗੀ, ਉਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ, ਉਹ ਉਸ ਕੰਮ ਦੇ ਵਿੱਚ ਇਨਵੋਲਵ ਨੇ, ਉਸ ਕੰਮ ਨੂੰ ਕਰ ਰਹੇ ਆ। ਦੂਸਰੀ ਗੱਲ ਇਹ ਹੈ ਜਿਹੜੇ ਨੁਕਸਾਨਾਂ ਦੀ ਜਿਹੜੀ ਆ ਜਾਂਦੀ ਹੈ ਗੱਲ, ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਆਪਾਂ ਕਹਿੰਦੇ ਹਾਂ ਕਿ ਖੇਤੀ 'ਤੇ ਕੋਈ ਟੈਕਸ ਨਹੀਂ ਹੈ। ਟੈਕਸ ਡਾਇਰੈਕਟ ਟੈਕਸ ਨਹੀਂ ਹੈ, ਬਟ ਇਨਡਾਇਰੈਕਟ ਟੈਕਸਿਸ ਬਹੁਤ ਜ਼ਿਆਦਾ ਨੇ। ਕਿਸਾਨ ਜਿਹੜਾ ਸਾਰੇ ਬੀਜ ਹੋ ਗਿਆ, ਫਰਟੀਲਾਈਜ਼ਰਸ ਹੋ ਗਏ, ਪੈਸਟੀਸਾਈਡਸ ਹੋ ਗਏ, ਸਾਰੇ ਖਰੀਦਾ ਆਪਣੇ ਰਿਟੇਲ ਰੇਟ 'ਤੇ, ਆਪਾਂ ਜਾ ਕੇ ਉੱਥੇ ਵੇਚ ਰਹੇ ਹਾਂ ਹੋਲਸੇਲ ਰੇਟ 'ਤੇ। ਸੋ ਉਹ ਵੀ ਕਿਤੇ ਨਾ ਕਿਤੇ ਜਿਹੜਾ ਇਹ ਡਿਫਰੈਂਸ ਹੈ ਕਾਸਟ ਪ੍ਰਾਈਸ ਔਰ ਸੈਲਿੰਗ ਪ੍ਰਾਈਸ ਦਾ, ਉਹ ਬਹੁਤ ਜ਼ਿਆਦਾ ਹੈ, ਜਿਹਦੇ ਕਰਕੇ ਕਿਸਾਨ ਨੂੰ ਨੁਕਸਾਨ ਝੇਲਣਾ ਪੈ ਰਿਹਾ। ਹੋਰ ਵੀ ਗੱਲ ਕਰਦੇ ਹਾਂ, ਹੁਣ ਟਵਿੱਟਰ 'ਤੇ ਆਉਂਦੇ ਹਾਂ, ਇਹ ਗੱਲ ਤੁਹਾਡੇ ਤੋਂ ਪੁੱਛੀ ਜਾਂਦੀ ਹੈ। ਟਵਿੱਟਰ ਗੱਲ ਹੈ ਵੈ, ਜਦੋਂ ਰਿਹਾਨਾ ਦਾ ਟਵੀਟ ਆਇਆ ਪੂਰਾ ਸਿਨੈਰੀਓ ਬਦਲ ਗਿਆ। ਜਿਵੇਂ ਕਿਹਾ ਜਾਂਦਾ ਖੁੱਡਾ ਵਿੱਚ ਜਦੋਂ ਬਰਸਾਤ ਪੈਂਦੀ ਹੈ, ਉਹ ਵੀ ਕੀੜੇ ਬਾਹਰ ਆ ਗਏ ਜਿਹੜੇ ਕੁਝ ਬੋਲ ਨਹੀਂ ਰਹੇ ਸੀ ਤੇ ਇੰਟਰਨਲ ਮੈਟਰ ਕਹਿਣ ਲੱਗ ਗਏ। ਇਹ ਅੰਦਰ ਕਾ ਮਾਮਲਾ ਹੈ, ਜਿਵੇਂ ਅਸੀਂ ਐਡਸ ਵੀ ਦੇਖ ਸਕਦੇ ਸੀ ਲਕਸਕੋ ਜੀ, ਇਹ ਅੰਦਰ ਕਾ ਮਾਮਲਾ ਹੈ, ਇਹੋ ਜਿਹੀਆਂ ਗੱਲਾਂ ਆਉਣ ਲੱਗ ਗਈਆਂ। ਕੀ ਕਹਿਣਾ ਚਾਹੋਗੇ ਉਹ ਟਵਿੱਟਰ ਬਾਹਰ ਬੜੇ, ਤੇ ਜਿਹੜੇ ਲੋਕ ਕਹਿ ਰਹੇ ਆ ਤਾਂ ਜੀ ਇੰਟਰਨਲ ਹੈ, ਸਾਡਾ ਸਭ ਕੁਝ ਇੰਟਰਨਲ ਹੈ? ਦੇਖੋ ਜੀ, ਉਹਨਾਂ ਨੇ ਇਦਾਂ ਕਿਹਾ ਵਾ, ਕਈ ਲੈ ਰਹੇ ਆ ਵੀ ਉਹਨਾਂ ਨੇ ਪੈਸੇ ਲੈ ਕੇ ਟਵੀਟ ਕੀਤਾ ਵਾ। ਪੈਸੇ ਲੈ ਕੇ ਉਹਨੂੰ ਕੀ ਲੋੜ, ਉਹ ਕੋ ਪੈਸੇ ਹੀ ਪੈਸਾ ਬਹੁਤ ਆ, ਠੀਕ ਆ ਨਾ। ਤੇ ਆਪਣੇ ਜਿਹੜੇ ਬਾਲੀਵੁੱਡ ਦੇ ਸਟਾਰ ਆ, ਇਹ ਪਹਿਲਾਂ ਕਹਿੰਦੇ ਸੀ, ਜਿਵੇਂ ਅਕਸ਼ੇ ਕੁਮਾਰ ਹੋ ਗਿਆ, ਇਹ ਕਹਿ ਰਿਹਾ ਸੀ ਵੀ ਮੈਂ ਪੰਜਾਬ ਦਾ ਪੁੱਤਰ ਆ, ਪੰਜਾਬ ਦਾ ਪੁੱਤਰ ਆ। ਹੁਣ ਜਦੋਂ ਪੰਜਾਬ ਨੂੰ ਸਭ ਤੋਂ ਜ਼ਿਆਦਾ ਲੋੜ ਪਈ ਉਹਦੀ, ਤਾਂ ਉਦੋਂ ਉਹ ਚੁੱਪ ਕਰ ਗਿਆ ਤੇ ਉੱਤੋਂ ਦੀ ਉਹ ਉਹਦੇ ਵਿਰੁੱਧ ਬਿਆਨ ਦੇ ਰਿਹਾ ਵਾ। ਇਹ ਬਹੁਤ ਗਲਤ ਗੱਲ ਹੈ ਜੀ। ਸਰ ਜਿਹੜੀ ਇੰਟਰਨਲ ਮੈਟਰ ਵਾਲੀ ਗੱਲ ਹੈ, ਜਿੱਥੋਂ ਤੱਕ ਮੈਨੂੰ ਲੱਗਦਾ ਕਿ ਇਲੈਕਸ਼ਨਸ ਜਿਹੜੀਆਂ ਕਿਸੇ ਵੀ ਦੇਸ਼ ਦਾ ਸਭ ਤੋਂ ਜ਼ਿਆਦਾ ਇੰਟਰਨਲ ਮੈਟਰ ਹੈ। ਮੋਦੀ ਜੀ ਅਮਰੀਕਾ ਜਾ ਕੇ ਕਹਿ ਕੇ ਆਏ ਅਬ ਕੀ ਬਾਰ ਟਰੰਪ ਸਰਕਾਰ, ਉਸ ਤੋਂ ਜ਼ਿਆਦਾ ਪ੍ਰਾਈਵੇਟ ਮੈਟਰ ਇਹ ਇੰਡੀਆ ਦਾ ਨਹੀਂ ਹੈ। ਜੇ ਉਹ ਸਪੋਰਟ ਕਰ ਰਹੇ ਆ, ਉਹਨਾਂ ਦਾ ਜੋ ਉਹਨਾਂ ਦਾ ਸਿਨੈਰੀਓ ਹੈ, ਜੋ ਉਹਨਾਂ ਦੀ ਪਰਸਪੈਕਟਿਵ ਹੈ ਇਸ ਫਾਰਮ ਬਿਲਸ 'ਤੇ, ਪਰ ਆਪਾਂ ਇਹ ਕਹਿਣਾ ਕਿ ਉਹ ਇੰਟਰਨਲ ਮੈਟਰ ਹੈ, ਤੁਸੀਂ ਚੁੱਪ ਕਰ ਜਾਓ। ਓਵਰਆਲ ਆਪਾਂ ਇਹ ਸਾਰਾ ਆਪਾਂ ਕਹਿੰਦੇ ਹਾਂ ਕਿ ਵਰਲਡ ਇੱਕ ਪਿੰਡ ਬਣ ਰਿਹਾ, ਜੇ ਪਿੰਡ ਦੇ ਵਿੱਚ ਫਿਰ ਸਭ ਨੂੰ ਬੋਲਣ ਦਾ ਹੱਕ ਹੈ ਜੀ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਘਰ ਦਾ ਮਾਮਲਾ ਹੋ ਸਕਦਾ ਉਦੋਂ ਤੱਕ ਜਿੰਨੀ ਦੇਰ ਤੱਕ ਘਰ 'ਚ ਰੱਖਿਆ ਜਾਵੇ, ਜਦੋਂ ਸੜਕਾਂ 'ਤੇ ਆ ਜਾਂਦਾ ਮਤਲਬ ਉਦੋਂ ਘਰ ਦਾ ਮਾਮਲਾ ਨਹੀਂ ਰਹਿੰਦਾ, ਇੰਟਰਨਲ ਮੈਟਰ ਨਹੀਂ ਰਹਿੰਦਾ। ਗੱਲ ਹੈ ਵੀ ਕੰਡੇ ਬੀਜੇ ਗਏ, ਕੰਡੇ ਬੀਜੇ ਤੇ ਕਿਸਾਨਾਂ ਨੇ ਉਹਦੇ ਉੱਤੇ ਫੁੱਲ ਬੀਜਤੇ। ਸਰ ਕਿਸਾਨ ਤੇ ਦੇਖੋ ਪਹਿਲੇ ਵੀ ਖੇਤੀ ਕਰ ਰਿਹਾ, ਉਹਨਾਂ ਨੇ ਆਪਣਾ ਕੰਮ ਕੀਤਾ, ਕਿਸਾਨਾਂ ਨੇ ਆਪਣਾ, ਪੰਜਾਬੀਆਂ ਨੇ ਆਪਣਾ ਕੰਮ ਕੀਤਾ। ਜੋ ਪੰਜਾਬੀ ਉਹਨਾਂ ਨੇ ਆਪਣੇ ਦਿਮਾਗ ਦੇ ਨਾਲ ਉਹਨਾਂ ਨੂੰ ਰੋਕਿਆ, ਅਸੀਂ ਆਪਣੇ ਹਿਸਾਬ ਨਾਲ ਉਸ ਨੂੰ ਡੀਲ ਕੀਤਾ ਸਿਚੁਏਸ਼ਨ ਨੂੰ। ਇੱਕ ਹੋਰ ਗੱਲ ਮੈਂ ਪੁੱਛਣੀ ਚਾਹਾਂਗਾ ਵੀ 26 ਤੋਂ ਪਹਿਲਾਂ ਤੇ 26 ਤੋਂ ਬਾਅਦ ਕੀ ਤੁਹਾਡੇ ਸੋਚਣ, ਜੋ ਕਿਸਾਨੀ ਅੰਦੋਲਨ ਨੂੰ ਸੋਚਦੇ ਸੀ, ਉਸ ਵਿੱਚ ਕੋਈ ਫਰਕ ਪਿਆ? ਨਹੀਂ, ਫਰਕ ਤਾਂ ਪਿਆ, ਪਰ ਜਿੱਦਾਂ ਹੁਣ ਭਾਜੀ ਉਹ ਜਿੱਦਾਂ ਦੰਗੇ ਦੁੰਗੇ ਹੋਏ ਆ, ਹੁਣ ਕਈ ਕਹਿ ਰਹੇ ਆ ਵੀ ਕਈ ਵਿੱਚੋਂ ਫੋਟੋਆਂ ਵਗੈਰਾ ਆ ਰਹੀਆਂ ਵੀ ਇਹ BJP ਦੇ ਕਈ ਬੰਦੇ ਨਿਕਲੇ ਆ ਜਿੱਦਾਂ ਅੰਦੋਲਨ ਦੇ ਵਿੱਚ। ਯਾਨੀ ਕਿਸਾਨ ਤਾਂ ਇੰਨੇ ਟਾਈਮ ਤੋਂ ਬੈਠੇ ਸੀਗੇ, ਆਰਾਮ ਨਾਲ ਆਪਣਾ ਪੀਸਫੁਲੀ ਪ੍ਰਦਰਸ਼ਨ ਕਰ ਰਹੇ ਸੀਗੇ, ਯਾਨੀ ਉਹਨਾਂ ਨੇ ਇੰਨੇ ਦੰਗੇ ਦੁੰਗੇ ਨਹੀਂ ਕਰਨੇ ਸੀਗੇ। ਕੁਛ ਇੱਦਾਂ ਕਹਿ ਰਹੇ ਵੀ ਕਈ ਐਕਟਰਾਂ ਨੇ ਭੜਕਾਊ ਭਾਸ਼ਣ ਕਰਤੇ, ਇਹ ਕਰਤੇ, ਵੀ ਕਿਸਾਨ ਸਮਝਦਾਰ ਆਓ, ਕਿਸੇ ਦੇ ਪੰਪ ਚਾਣ ਵਾਲੇ ਬੰਦੇ ਨਹੀਂ ਹੈਗੇ। ਉਹਨਾਂ ਨੂੰ ਪਤਾ ਵਾ ਕੀ ਸਾਡੇ ਲਈ ਸਹੀ ਆ ਕੀ ਗਲਤ ਆ। ਹੁਣ ਜਿਹੜੀ ਇਹ ਗੱਲਾਂ ਕਹਿੰਦੇ ਝੰਡਾ ਲਾਤਾ, ਇਹ ਕਰਤਾ, ਉਹ ਕਰਤਾ ਜੀ, ਉਹਨਾਂ ਨੇ ਤਿਰੰਗਾ ਝੰਡਾ ਜਿਹੜਾ ਲੱਗਾ ਸਭ ਤੋਂ ਉੱਪਰ ਲੱਗਾ ਰਿਹਾ। ਨਾਲੇ ਕਈ ਵਿੱਚੋਂ ਕੁਛ ਗਲਤ ਤੱਤ ਵੀ ਚੱਕ ਰਿਹਾ ਵੀ ਖਾਲਿਸਤਾਨੀ ਵਗੈਰਾ ਵੀ, ਇੱਧਰ ਦੀ ਤਾਂ ਕੋਈ ਗੱਲ ਹੈ ਹੀ ਨਹੀਂ। ਜਦ ਅਗਲੇ ਨੇ ਇੰਨੀ ਵਾਰੀ ਦਿੱਲੀ ਜਿੱਤ ਕੇ ਉਹਨਾਂ ਦੇ ਗੁਰੂਆਂ ਨੇ ਪਹਿਲਾਂ ਛੱਡਤੀ, ਵੀ ਜੇ ਉਹਨਾਂ ਨੂੰ ਹੁੰਦਾ ਖਾਲਸਾ ਰਾਜ ਦਾ ਉਹ ਕਦੋਂ ਦਾ ਕਰ ਚੁੱਕੇ ਹੁੰਦੇ। ਇਸ ਟਾਈਮ ਉਹ ਜਿੱਦਾਂ ਉਹ ਆਪਣੇ ਦੇਸ਼ ਨੂੰ, ਇੰਡੀਆ ਨੂੰ ਇਕਜੁੱਟ ਰੱਖਣਾ ਚਾਹ ਰਿਹਾ, ਪਰ ਇਹ ਜਿੱਦਾਂ ਸਰਕਾਰਾਂ ਹੁਣ ਕੂਟਨੀਤੀ ਕਰਕੇ ਉਹਨਾਂ ਨੂੰ ਵਿੱਚੋਂ ਤੋੜ ਰਹੇ ਆ, ਸੰਗਠਨ ਨੂੰ, ਅੰਦੋਲਨ ਨੂੰ ਤੋੜਨ ਦਾ ਯਾਨੀ ਯਤਨ ਕਰ ਰਹੇ ਆ।
ਤੇ ਕੰਗਣਾ ਬਾਰੇ ਕੀ ਸੋਚਦੇ ਹੋ? ਟਵਿੱਟਰ ਵਾਰ ਤੇ ਦੁਆਰਾ ਆਉਂਦਾ ਵੀ ਕੰਗਣਾ ਬਾਰੇ ਕੀ ਸੋਚਦੇ ਹੋ? ਕੰਗਣਾ ਬਾਰੇ ਹੁਣ ਕੀ ਕਹਿਣਾ, ਹੁਣ ਛੱਡੋ, ਰਹਿਣ ਹੀ ਦਿਓ ਬਸ। ਨਹੀਂ ਨਹੀਂ, ਬੋਲ ਦਿਓ ਅੱਜ ਜੋ ਸੋਚਦੇ ਹੋ। ਬਸ ਕੀ ਸੋਚਣਾ, ਹੁਣ ਕੋਈ ਵੀ 2 ਟਕੇ ਦੀ ਔਰਤ ਆ ਕੇ ਕੁਝ ਕਹਿ ਸੁਣ ਸਕਦੇ ਕਿਸਾਨਾਂ ਬਾਰੇ। ਹੁਣ ਕਿਸਾਨ ਏਡੀ ਵੱਡੀ ਯੂਨੀਅਨ ਬਾਰੇ ਉਹ ਇਦਾਂ ਦੀਆਂ ਗੱਲਾਂ ਕਰ ਰਹੇ ਆ ਵੀ ਕੰਗਣਾ ਵਰਗਿਆਂ ਨੂੰ, ਆਪਣੇ ਜਿਹੜੇ ਬਾਲੀਵੁੱਡ ਦੇ ਇੰਟਰਨੈਸ਼ਨਲ ਐਕਟਰ ਰਿਹਾਨਾ ਵਰਗੇ, ਉਹ ਸਿੱਖਿਆ ਲੈਣੀ ਚਾਹੀਦੀ ਆ ਵੀ ਅਗਲੇ ਦੇਸ਼ ਤੇ ਬਾਹਰੋਂ ਹੋ ਕੇ, ਅੱਜ ਦੇਸ਼ ਦੇ ਬਾਹਰ ਤੱਕ ਉਹਨਾਂ ਨੂੰ ਗੱਲ ਪਹੁੰਚ ਗਈ, ਉਹ ਅਗਲੇ ਇੰਨੀ ਸਪੋਰਟ ਕਰ ਰਿਹਾ ਵੀ ਤੁਸੀਂ ਦੇਸ਼ ਦੀਆਂ ਹੋ ਕੇ, ਉਹਨਾਂ ਦਾ ਅੰਨ ਖਾ ਕੇ, ਉਹਨਾਂ ਸਭ ਕੁਝ ਕਰਕੇ ਤੁਸੀਂ ਉਹਨਾਂ ਨੂੰ ਹੀ ਮਾੜਾ ਕਹਿ ਰਹੇ ਹੋ। ਅਕਲ ਨਾਲ ਦੀ ਕੋਈ ਚੀਜ਼ ਹੋਣੀ ਚਾਹੀਦੀ ਆ ਭਾਜੀ ਥੋੜੀ ਬਹੁਤੀ। ਰਿਹਾਨਾ ਨੇ ਜਦ ਟਵੀਟ ਕੀਤਾ ਤਾਂ ਕੰਗਣਾ ਦਾ ਸਭ ਤੋਂ ਪਹਿਲਾਂ ਰਿਪਲਾਈ ਆਇਆ। ਉਹ ਕਹਿ ਰਹੀ ਸੀ ਵੀ ਜੇ ਸਪੋਰਟ ਤਾਂ ਕਰੀਏ ਵੀ ਫਾਰਮਰਸ ਹੋਣ, ਇਹ ਤਾਂ ਟੈਰਰਿਸਟ ਹੈ। ਬੜਾ ਵੱਡਾ ਟਵੀਟ ਰਿਹਾਨਾ ਦੇ ਖਿਲਾਫ ਕੀਤਾ ਗਿਆ। ਬਾਅਦ ਚੋਂ ਰਿਹਾਨਾ ਦੇ ਖਿਲਾਫ ਹੋਰ ਟਵੀਟ ਕੀਤੇ ਗਏ। ਦੇਖੋ ਸਰ, ਕੰਗਣਾ, ਮੈਂ ਇੱਕ ਅਭਿਨੇਤਰੀ ਦੇ ਤੌਰ ਤੇ ਕੰਗਣਾ ਨੂੰ ਬਹੁਤ ਪਸੰਦ ਕਰਦਾ ਸੀ, ਪਰ ਹੁਣ ਜਿੱਦਾਂ ਦੇ ਉਹ ਟਵੀਟ ਕਰ ਰਹੀ ਆ, ਮੈਨੂੰ ਨਹੀਂ ਲੱਗਦਾ ਵੀ ਉਹਨੂੰ ਅਭਿਨੇਤਰੀ ਜਾਂ ਵਧੀਆ ਤਰੀਕੇ ਨਾਲ ਸਨਮਾਨਿਤ ਕਰਨਾ ਚਾਹੀਦਾ, ਕਿਉਂਕਿ ਕੰਗਣਾ ਨੇ ਸਾਡੀ ਮਾਤਾ ਨੂੰ ਬਹੁਤ ਗੰਦੇ ਤਰੀਕੇ ਨਾਲ ਟਵੀਟ ਕੀਤੇ, ਬਹੁਤ ਗੰਦਾ ਬੋਲੀ ਆ। ਤੇ ਸਾਡੇ ਜਿਹੜੇ ਫਾਰਮਰਸ ਨੇਗੇ, ਉਹਨਾਂ ਨੂੰ ਕੋਈ ਮੁਸੀਬਤ ਆ ਤਾਂ ਹੀ ਨਹੀਂ ਠੰਡ ਦੇ ਵਿੱਚ, ਉਹ ਲਗਭਗ 75 ਦਿਨਾਂ ਤੋਂ ਜ਼ਿਆਦਾ ਹੋ ਚੁੱਕੇ ਨੇ ਉਹਨਾਂ ਨੂੰ ਇੰਨੀ ਠੰਡ ਦੇ ਵਿੱਚ। ਹੁਣ ਤਾਂ ਉਹਨਾਂ ਦਾ ਪਾਣੀ ਬੰਦ ਕਰ ਦਿੱਤਾ ਗਿਆ, ਲੈਟਰਿਨਸ ਜਾਣਾ ਬੰਦ ਕਰ ਦਿੱਤਾ ਗਿਆ, ਤੇ ਲਾਈਟ ਬਿਜਲੀ ਤੱਕ ਕੱਟ ਦਿੱਤੀ ਗਈ, ਇੰਟਰਨੈਟ ਬੰਦ ਕਰ ਦਿੱਤਾ ਗਿਆ। ਉਹਨਾਂ ਨੂੰ ਇੰਨੀਆਂ ਯਾਤਨਾਵਾਂ ਕਿਉਂ ਦਿੱਤੀਆਂ ਜਾ ਰਹੀਆਂ ਨੇ ਸਰਕਾਰ ਦੁਆਰਾ, ਮੈਨੂੰ ਇਹ ਨਹੀਂ ਸਮਝ ਆ ਰਿਹਾ। ਤੇ ਉਹਨਾਂ ਦੇ ਕਹਿ ਰਿਹਾ ਕਿ ਉਹਨਾਂ ਨੇ ਰਾਹ ਬੰਦ ਕੀਤਾ, ਜਦ ਕਿ ਸਰਕਾਰ ਨੇ ਰਾਹ ਬੰਦ ਕੀਤਾ, ਬੈਰੀਗੇਡ ਸਰਕਾਰ ਨੇ ਲਾਏ ਨੇ, ਇੰਨੇ ਸਰੀਏ ਗੱਡ ਚੁੱਕੇ ਨੇ ਸਰਕਾਰ। ਤੇ ਮੈਂ ਹੈਰਾਨ ਆ ਵੀ ਤੁਸੀਂ ਗੱਲਬਾਤ ਕਰ ਰਹੇ ਹੋ, ਲਗਭਗ 11 ਦੌਰ ਦੀ ਬਾਤਚੀਤ ਹੋ ਚੁੱਕੀ ਹੈ ਨਰਿੰਦਰ ਤੋਮਰ ਨਾਲ, ਤੇ ਕੋਈ ਨਤੀਜਾ ਨਹੀਂ ਨਿਕਲਿਆ ਹੈਗਾ। ਤੇ ਇਹ ਨਤੀਜਾ ਕਿਉਂ ਨਹੀਂ ਨਿਕਲਿਆ, ਇਹ ਵੀ ਸਰਕਾਰ ਦੀ ਜਵਾਬਦੇਹੀ ਹੈ, ਨਾ ਕਿ ਕਿਸਾਨਾਂ ਦੀ। ਤੇ ਆਪਾਂ ਕਿਸਾਨਾਂ ਨੂੰ ਪੁੱਛ ਰਹੇ ਹਾਂ ਤੁਸੀਂ ਉੱਥੇ ਕਿਉਂ ਬੈਠੇ ਹੋ, ਤੇ ਜਦ ਕਿ ਆਪਾਂ ਨੂੰ ਸਰਕਾਰ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ ਇਹਨਾਂ ਦਾ ਹੱਲ ਕਿਉਂ ਨਹੀਂ ਕਰ ਰਹੇ। ਤੁਸੀਂ ਕਹਿ ਰਹੇ ਹੋ ਜੀ ਹੋਲਡ ਕਰ ਦਿੰਦੇ ਆ, ਤੇ ਹੋਲਡ ਤੇ ਰੱਦ ਕਰਨ ਦੇ ਵਿੱਚ ਕੀ ਦਿੱਕਤ ਹੈ? ਤੁਸੀਂ 2 ਸਾਲ ਲਈ ਹੋਲਡ ਕਰ ਰਹੇ ਹੋ, ਉਹਨੂੰ ਰੱਦ ਕਿਉਂ ਨਹੀਂ ਕਰ ਰਹੇ? MSP ਕਿਉਂ ਨਹੀਂ ਲਾਗੂ ਕਰ ਰਹੇ? ਤੇ ਜਿੱਥੇ ਦੀ ਗੱਲ ਕਰ ਰਹੇ ਕੰਗਣਾ ਦੇ ਟਵੀਟ ਦੀ, ਮੈਨੂੰ ਹੁਣ ਉਹ ਬਿਲਕੁਲ ਔਰਤ ਪਸੰਦ ਨਹੀਂ ਹੈਗੀ। ਮੈਂ ਔਰਤਾਂ ਦੀ ਇੱਜ਼ਤ ਕਰਦਾ, ਇਸ ਲਈ ਮੈਂ ਉਹਨਾਂ ਨੂੰ ਕੁਝ ਬੋਲਣਾ ਨਹੀਂ ਚਾਹਾਂਗਾ, ਲੇਕਿਨ ਮੈਂ ਰਿਹਾਨਾ ਨੂੰ ਆਪਣੇ ਦਿਲੋਂ ਬਹੁਤ ਖੁਸ਼ੀ ਆ ਮੈਨੂੰ ਉਹਨਾਂ ਨੇ ਟਵੀਟ ਕੀਤਾ। ਤੇ ਉਹਨਾਂ ਨਾਲ ਬਹੁਤ ਸਾਰੀਆਂ ਹੋਰ ਵੀ ਹਸਤੀਆਂ, ਜਿਹੜੀ ਇੰਟਰਨੈਸ਼ਨਲ ਹਸਤੀਆਂ ਨੇ, ਗ੍ਰੇਟਾ ਥਨਬਰਗ, ਉਹਨਾਂ ਨੇ ਵੀ ਟਵੀਟ ਕੀਤਾ। ਤੇ ਬਟ ਮੈਂ ਅਕਸ਼ੇ ਕੁਮਾਰ, ਅਜੇ ਦੇਵਗਨ, ਸੁਨੀਲ ਸ਼ੈਟੀ, ਆਪਣੇ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ, ਇਹਨਾਂ ਨੂੰ ਪੁੱਛਣਾ ਚਾਹਾਂਗਾ ਤੁਸੀਂ ਕਿਉਂ ਕਮੈਂਟ ਕਰ ਰਹੇ ਹੋ, ਕਿਉਂ ਟਵੀਟ ਕਰ ਰਹੇ ਹੋ? ਅਗਰ ਤੁਸੀਂ ਕਿਸਾਨਾਂ ਦੇ ਹੱਕ 'ਚ ਨਹੀਂ ਹੋ ਤਾਂ ਸਰਕਾਰ ਨਾਲ ਕਿਉਂ ਖੜ ਰਹੇ ਹੋ? ਇਹ ਵੀ ਰੀਜ਼ਨ ਦੱਸ ਦਿਓ। ਕਹਿ ਰਹੇ ਹੋ ਸਾਡਾ ਇੰਟਰਨਲ ਮੈਟਰ ਹੈ, ਇੱਥੇ ਕਿਹੜਾ ਜੰਗ ਲੱਗੀ ਹੋਈ ਹੈ? ਸਿਰਫ ਉਹਨਾਂ ਨੂੰ ਉਹ ਆਪਣੇ ਹੱਕ ਹੀ ਮੰਗ ਰਹੇ ਨੇ, ਕੋਈ ਜੰਗ ਤਾਂ ਨਹੀਂ ਹੈ। ਇੱਕ ਬੰਦੇ ਨੂੰ ਕਿੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ, ਉਹਦੀ ਵੀਡੀਓਜ਼ ਜਾਰੀ ਹੋਈਆਂ ਨੇਗੀਆਂ, ਤੇ ਉਹਨੂੰ ਪੁਲਿਸ ਦੇ ਪੈਰਾਂ ਥੱਲੇ ਰੌਂਦਿਆ ਗਿਆ। ਹਿਊਮਨ ਰਾਈਟਸ ਕਿੰਨੀ ਬੁਰੀ ਤਰ੍ਹਾਂ ਉਹਨਾਂ ਨੇ ਪੈਰਾਂ ਥੱਲੇ ਰੌਂਦਿਆ, ਤੇ ਇਹ ਉਸ ਉੱਤੇ ਕਿਉਂ ਨਹੀਂ ਬੋਲ ਸਕਦੇ, ਕਿਉਂ ਨਹੀਂ ਟਵੀਟ ਕਰ ਸਕਦੇ? ਅਗਰ ਤੁਸੀਂ ਨਹੀਂ ਬੋਲ ਸਕਦੇ, ਸਰਕਾਰ ਕੋਲ ਡਰਦੇ ਹੋ, ਤਾਂ ਬਾਕੀਆਂ ਨੂੰ ਕਿਉਂ ਰੋਕ ਰਹੇ ਹੋ? ਇਹਨਾਂ ਦੇ ਅਕਸ਼ੇ ਕੁਮਾਰ ਦੇ ਤੇ ਹੋਰ ਇੱਕ ਖਿਡਾਰਨ ਸੀ, ਮੈਂ ਉਹਨਾਂ ਦਾ ਨਾਮ ਭੁੱਲ ਗਿਆ, ਮਸ਼ਹੂਰ ਖਿਡਾਰਨ ਹੈ, ਉਹਨਾਂ ਦੇ ਟਵੀਟ ਸੇਮ, ਵਰਡ ਟੂ ਵਰਡ ਸੇਮ। ਕੌਣ ਲਿਖ ਕੇ ਦੇ ਰਿਹਾ ਇਹਨਾਂ ਨੂੰ? ਵੋਕੈਬਲਰੀ ਸੇਮ ਯੂਜ਼ ਹੋ ਰਹੀ ਹੈ। ਮੈਨੂੰ ਲੱਗਦਾ ਇੰਗਲਿਸ਼ ਸ਼ਾਇਦ ਇਕੱਠੇ ਸਿੱਖ ਕੇ ਆਏ ਨੇ। ਹਾਂ, ਸ਼ਾਇਦ ਇੱਕੋ ਕਲਾਸ 'ਚ ਪੜ੍ਹੇ ਨੇਗੇ, ਬਿਲਕੁਲ ਵਰਡ ਟੂ ਵਰਡ ਸੇਮ ਵਰਡਸ ਲਿਖੇ ਹੋਏ ਨੇਗੇ, ਇੱਕ ਦੂਜੇ ਦਾ ਸ਼ਾਇਦ ਕਾਪੀ ਪੇਸਟ ਹੀ ਕੀਤਾ। ਕੀ ਸਰਕਾਰ ਇਹਨਾਂ ਤੋਂ ਕੀ ਕਹਾਉਣਾ ਚਾਹੁੰਦੀ ਹੈ, ਕੀ ਦੱਸਣਾ ਚਾਹੁੰਦੀ ਹੈ, ਮੈਨੂੰ ਖੁਦ ਨੂੰ ਨਹੀਂ ਸਮਝ ਆ ਰਿਹਾ। ਤੁਸੀਂ ਇੰਨੇ ਵੱਡੇ ਪੱਧਰ ਤੇ ਪੈਸੇ ਖਰਚ ਕਰ ਰਹੇ ਹੋ ਕਿ ਕਿਸਾਨ ਅੰਦੋਲਨ, ਜਿਹੜੇ ਫਾਰਮ ਲਾਸ ਬਣਾਏ ਗਏ ਨੇਗੇ, ਉਹ ਬਹੁਤ ਵਧੀਆ ਨੇ। ਇੰਨੇ ਪੈਸੇ ਤੁਸੀਂ ਕਿਸਾਨਾਂ ਦੇ ਉੱਤੇ ਖਰਚ ਕਰ ਦਿੱਤੋ ਤਾਂ ਕਿਸਾਨ ਕਿੱਥੋਂ ਤੋਂ ਕਿੱਥੇ ਤੱਕ ਚਲੇ ਜਾਏਗਾ? ਉਹਨਾਂ ਦੀਆਂ ਫੋਟੋਆਂ ਲਾ ਕੇ ਤੁਸੀਂ ਪੋਸਟਰ ਬੜੇ ਬੜੇ ਬਣਾ ਦੇ ਰਹੇ ਹੋ, ਤੇ ਉਹੀ ਪੋਸਟਰ ਬॉय ਬਾਹਰ ਨਿਕਲ ਕੇ ਕਹਿੰਦਾ ਜੀ ਮੈਂ ਤਾਂ ਜੀ ਕਿਸਾਨਾਂ ਦੇ ਸਮਰਥਨ 'ਚ ਖੜਾ, ਤੁਸੀਂ ਮੇਰੇ ਪੋਸਟਰ ਦੇ ਉੱਤੇ ਕਿਉਂ ਫੋਟੋ ਲਾਈ ਹੈ? ਇਹ ਕਿਸਾਨ ਇੱਦਾਂ ਕਿਉਂ ਕਰ ਰਿਹਾ ਵਾ? ਇਹ ਇੱਦਾਂ ਦਾ ਵਤੀਰਾ ਕਿਉਂ ਕਿਸਾਨ ਦੇ ਵਿਰੁੱਧ ਦਿਖਾ ਰਹੇ ਆ? ਮੈਨੂੰ ਇਹ ਸਮਝ ਨਹੀਂ ਆ ਰਹੀ। ਸਰਕਾਰ ਨੂੰ ਜਵਾਬਦੇਹੀ ਬਣਦੀ ਹੈ ਸਰਕਾਰ ਦੀ, ਤੇ ਸਰਕਾਰ ਜਵਾਬਦੇਹੀ ਆਪਣਾ ਦੱਸੇ ਜਨਤਾ ਨੂੰ ਕਿ ਇਹ ਫਾਰਮ ਲਾਜ਼ ਕਿਉਂ ਉਹ ਵਾਪਸ ਨਹੀਂ ਲੈ ਰਹੀ ਹੈਗੀ। ਤੇ ਅਡਾਨੀ ਤੇ ਅੰਬਾਨੀ ਦਾ ਨਾਮ ਆ ਰਿਹਾ, ਤੇ ਉਹਨਾਂ ਤੋਂ ਕੀ ਉਹਨਾਂ ਨੂੰ ਬੈਨੀਫਿਟ ਹੋ ਰਿਹਾ, ਜੋ ਉਹ ਬਿਲਕੁਲ ਵੀ ਸਖਤ ਖਿਲਾਫ ਨੇ ਇਸ ਲਾਅ ਦੇ ਵਾਪਸ ਲੈਣ ਦੇ। ਉਹ ਕਹਿ ਦਿੰਦੇ ਆ ਜੀ ਅਸੀਂ ਸੋਧ ਕਰ ਦਿੰਦੇ ਆ, ਪਰ ਸੋਧ ਕਰਨ ਦਾ ਤੁਸੀਂ ਇਹ ਦੱਸੋ ਫਾਇਦਾ ਕੀ ਹੈ? ਤੁਸੀਂ ਸੋਧ ਕਰਕੇ A to Z ਸਾਰਾ ਫਾਰਮੂਲਾ ਚੇਂਜ ਕਰਨ ਲਈ ਤਿਆਰ ਹੋ, ਤੇ ਵਾਪਸ ਕਿਉਂ ਨਹੀਂ ਲੈ ਰਹੇ? ਤੁਹਾਨੂੰ ਵਾਪਸ ਲੈਣਾ ਬਣਦਾ ਹੈ। ਰਿਹਾਨਾ ਦੇ ਵੀ ਖਾਲਿਸਤਾਨੀ ਲਿੰਕ ਨਿਕਲ ਚੁੱਕੇ ਹੋਏ ਆ। ਜੇ ਗੋਦੀ ਮੀਡੀਆ ਦੇਖੀਏ ਤਾਂ ਉਹਦੇ ਵੀ ਖਾਲਿਸਤਾਨੀ ਲਿੰਕ ਨਿਕਲੇ। ਤੁਸੀਂ ਉਸ ਬਾਰੇ ਕੀ ਕਹੋਗੇ?
ਜੋ ਵੀ ਰਿਹਾਨਾ ਨੇ ਕੀਤਾ ਟਵੀਟ ਉਹ ਬਹੁਤ ਹੀ ਵਧੀਆ ਲੱਗਿਆ। ਬਟ ਅਗਰ ਆਪਾਂ ਕੰਗਨਾ ਦਾ ਦੇਖੀਏ, ਉਹ ਕਹਿੰਦੀ ਹੈ ਕਿ ਪੈਸੇ ਲੈ ਲੈ ਕੇ ਆਇਆ ਐਂਡ ਜਦੋਂ ਕਰੋਨਾ ਸੀਗਾ 36 ਕਰੋੜ ਰੁਪਏ ਉਹਨੇ ਡੋਨੇਟ ਕੀਤਾ ਐਂਡ ਕੰਗਨਾ ਵਰਗੇ ਕਹਿ ਰਹੇ ਨੇ ਕਿ ਪੈਸੇ ਲੈ ਕੇ ਆਏ ਹੋਏ ਨੇ। ਕੰਗਨਾ ਵਰਗੇ ਅਜੇ ਦੇਵਗਨ, ਸੁਨੀਲ ਸ਼ੈਟੀ, ਜਿਵੇਂ ਪਹਿਲਾਂ ਵੀ ਦੱਸਿਆ, ਇਹ ਸਾਰੇ ਪੈਸੇ ਲੈ ਕੇ ਆਏ ਹੋਏ ਨੇ। ਤੇ ਤੁਸੀਂ ਕਹਿ ਰਹੇ ਹੋ ਵੀ ਅਕਸ਼ੇ ਕੁਮਾਰ ਨੇ ਵੀ ਤਾਂ ਪੀਐਮ ਕੇਅਰ ਫੰਡ 'ਚ ਪੈਸੇ ਪਵਾਏ ਸੀ। ਪਰ ਉਹ ਗੱਲ ਅਲੱਗ ਸੀਗੀ, ਉਹ ਤਾਂ ਸਾਰੇ ਡੋਨੇਟ ਕਰ ਸਕਦੇ ਨੇ ਨਾ, ਬਟ ਆਪਣਾ ਸਮਰਥਨ ਦੇਣਾ ਕਿਸੇ ਪ੍ਰੋਟੈਸਟ ਨੂੰ, ਇਹ ਬਹੁਤ ਵੱਡੀ ਗੱਲ ਹੈ। ਰਿਹਾਨਾ ਦਾ ਖਾਲਿਸਤਾਨੀ ਲਿੰਕ ਤੁਹਾਨੂੰ ਲੱਗਦਾ? ਨਹੀਂ, ਇਦਾਂ ਤਾਂ ਇਹ ਕਹਿ ਰਹੇ ਨੇ ਸਾਰੇ ਖਾਲਿਸਤਾਨੀ ਆ। ਹੁਣ ਕਹਿੰਦੇ ਨੇ ਕਿ ਜਿਹੜਾ ਝੰਡਾ ਆ ਉਹ ਖਾਲਿਸਤਾਨੀਆਂ ਦਾ, ਸੋ ਪੀਐਮ ਨੇ ਵੀ ਝੰਡਾ ਬੰਨਿਆ ਸੀਗਾ ਜਦੋਂ ਗੁਰਦੁਆਰੇ ਗਏ ਸੀ, ਤਾਂ ਕਿ ਉਹ ਵੀ ਖਾਲਿਸਤਾਨੀ ਹੋਏ? ਨਹੀਂ ਨਾ। ਸੋ ਇਹ ਕਹਿਣਾ ਬਿਲਕੁਲ ਹੀ ਗਲਤ ਹੈ ਕਿ ਉਹ ਟੈਰਰਿਸਟ ਜਾਂ ਖਾਲਿਸਤਾਨੀ ਆ। ਤੁਹਾਡੇ ਸਾਹਮਣੇ ਉਹ ਖਾਲਿਸਤਾਨ ਦਾ ਝੰਡਾ ਨਹੀਂ ਸੀ? ਨਹੀਂ, ਉਹ ਖਾਲਿਸਤਾਨ ਦਾ ਝੰਡਾ ਨਹੀਂ ਸੀ, ਉਹ ਖਾਲਸੇ ਦਾ ਝੰਡਾ ਜ਼ਰੂਰ ਹੈ, ਬਟ ਖਾਲਿਸਤਾਨੀਆਂ ਦਾ ਨਹੀਂ ਹੈਗਾ। ਤੁਸੀਂ ਕਿਹੜੇ ਧਰਮ ਤੋਂ? ਮੈਂ ਸਿੱਖ ਧਰਮ ਤੋਂ ਹੀ ਹਾਂ। ਸੋ ਦੇਖ ਸਕਦੇ ਹੋ ਵੀ ਲੋਕ ਜੋ ਇੱਥੇ ਆਪਾਂ ਹੋਰ ਵੀ ਸਟੂਡੈਂਟਸ ਨਾਲ ਗੱਲਬਾਤ ਕਰਾਂਗੇ। ਇਹ ਬਾਰ-ਬਾਰ ਵੈਸੇ ਪ੍ਰੋਪਾਗੈਂਡਾ ਕਿਹਾ ਜਾ ਰਿਹਾ। ਜਦੋਂ ਪ੍ਰੋਪਾਗੈਂਡਾ ਕਿਹਾ ਜਾਂਦਾ, ਤੁਹਾਨੂੰ ਕੀ ਇਹ ਪ੍ਰੋਪਾਗੈਂਡਾ ਲੱਗਦਾ? ਕਿਹੜੀ ਚੀਜ਼ ਭਾਜੀ? ਜਦੋਂ ਟਵੀਟ ਕੀਤੇ ਗਏ ਨਾਲ ਕਿਹਾ ਜਾਂਦਾ ਵੀ ਇਹ ਪ੍ਰੋਪਾਗੈਂਡਾ ਫੈਲਾਇਆ ਜਾ ਰਿਹਾ, ਇੰਡੀਆ ਨੂੰ ਬਦਨਾਮ ਕੀਤਾ ਜਾ ਰਿਹਾ। ਪ੍ਰੋਪਾਗੈਂਡਾ ਭਾਜੀ, ਜੇ ਹੁਣ ਇੰਟਰਨੈਸ਼ਨਲ ਲੋਕ ਜਿਹੜੇ ਹੈਗੇ ਆ ਉਹ ਜੇ ਪੰਜਾਬੀਆਂ ਦੇ ਫੇਵਰ 'ਚ ਗੱਲ ਕਰ ਰਹੇ ਆ ਤਾਂ ਫਿਰ ਉਹ ਪ੍ਰੋਪਾਗੈਂਡਾ ਹੋ ਗਿਆ। ਜੇ ਉਹ ਅਗੇਂਸਟ ਗੱਲ ਕਰ ਰਹੇ ਹੋਣ ਫਿਰ ਪ੍ਰੋਪਾਗੈਂਡਾ ਨਹੀਂ ਹੈਗਾ। ਗੱਲ ਇਹ ਹੈ ਕਿ ਮਤਲਬ ਆਪਣੇ ਫੇਵਰ 'ਚ ਗੱਲ ਕਰ ਰਹੇ ਆ ਨਾ, ਇਸ ਲਈ ਸਰਕਾਰ ਨੂੰ ਲੱਗ ਰਿਹਾ ਵੀ ਪ੍ਰੋਪਾਗੈਂਡਾ ਚੱਲ ਰਿਹਾ ਵਾ। ਫਿਰ ਜਿਹੜੇ ਗਵਰਨਮੈਂਟ ਦੇ ਪਪਟਸ ਗੱਲ ਕਰ ਰਹੇ ਨੇ ਸੇਮ, ਤੇ ਫਿਰ ਉਹ ਪ੍ਰੋਪਾਗੈਂਡਾ ਨਹੀਂ ਹੈ ਸਰਕਾਰ ਦੇ ਹਿਸਾਬ ਨਾਲ। ਤਾਂ ਫਿਰ ਥੋੜ੍ਹਾ ਇੱਕ ਉਹ ਹੋ ਜਾਂਦਾ ਵੀ ਮਤਲਬ ਬੰਦੇ ਉਹਨਾਂ ਦਾ ਮੈਚ ਨਹੀਂ ਕਰ ਰਿਹਾ। ਹੋਰ ਵੀ ਗੱਲ ਕਰਨਾ ਚਾਹਾਂਗਾ। ਮੈਨੂੰ ਲੱਗਦਾ ਆਨਲਾਈਨ ਵੀ ਰਹਿੰਦੇ ਹੋਵੋਗੇ, ਟਵਿੱਟਰ ਵੀ ਕਾਫੀ ਦੇਖਦੇ ਹੋਵੋਗੇ। ਕਿਸ ਤਰ੍ਹਾਂ ਦੇਖਦੇ ਹੋ ਸਾਰੇ ਸਿਨੈਰੀਓ ਨੂੰ? ਜਦੋਂ ਟਵਿੱਟਰ ਬਾਰੇ ਇੱਕ ਤਰ੍ਹਾਂ ਸ਼ੁਰੂ ਹੁੰਦੀ ਹੈ, ਉਸ ਤੋਂ ਬਾਅਦ ਖਿਲਾਫਤ ਬਹੁਤ ਹੁੰਦੀ ਹੈ, ਇਸ ਨੂੰ ਪ੍ਰੋਪਾਗੈਂਡਾ ਕਿਹਾ ਜਾਂਦਾ ਹੈ। ਜਿਹੜੇ ਬਾਹਰ ਦੇ ਲੋਕ ਟਵੀਟ ਕਰ ਰਹੇ ਆ, ਕਿਹਾ ਜਾ ਰਿਹਾ ਮਤਲਬ ਜਿਨ੍ਹਾਂ ਦੇ ਗਾਣੇ ਮਿਲੀਅਨਸ ਵੀ ਨਹੀਂ, ਅਸੀਂ ਇੰਡੀਅਨ ਤਾਂ ਮਿਲੀਅਨਸ ਕਹਿ ਦਿੰਦੇ ਆ, ਬਿਲੀਅਨਸ ਹੀ ਚੱਲ ਰਹੇ ਆ, ਉਹਨਾਂ ਨੂੰ ਕਿਹਾ ਜਾਂਦਾ ਨਹੀਂ ਨਹੀਂ ਇਹਨਾਂ ਨੇ 3 ਕਰੋੜ ਲਿੱਤੇ, ਇਹਨਾਂ ਨੇ 4 ਕਰੋੜ ਲਿੱਤੇ, ਤਾਂ ਇਹਨਾਂ ਨੇ ਟਵੀਟ ਕੀਤਾ। ਸਰ ਪ੍ਰੋਬਲਮ ਪਤਾ ਕੀ ਹੈ, ਜਦੋਂ ਬਲੈਕ ਲਾਈਵਸ ਮੈਟਰ ਦਾ ਹੈਸ਼ਟੈਗ ਚੱਲਿਆ ਸੀਗਾ, ਉਦੋਂ ਸਾਰਿਆਂ ਨੇ ਐਡਾ ਉਹਨੂੰ ਸਪੋਰਟ ਕੀਤਾ, ਇੰਡੀਅਨ ਕ੍ਰਿਕਟਰ, ਸੈਲੀਬ੍ਰਿਟੀ ਸਭ ਉੱਠ ਕੇ ਆਏ। ਬਟ ਜਦੋਂ ਘਰ ਦਾ ਮਾਮਲਾ ਆਇਆ ਹੈਗਾ ਤਾਂ ਸਾਰੇ ਚੁੱਪ ਕਰ ਗਏ ਹੈ। ਇਹ ਉਹੀ ਗੱਲ ਹੋ ਗਈ ਨਾ, ਜਦੋਂ ਡੋਮੈਸਟਿਕ ਵਾਇਲੈਂਸ ਹੁੰਦਾ ਹੈਗਾ ਵੈ ਤਾਂ ਉਹ ਕਹਿ ਦਿੰਦੇ ਹੈਗੇ ਕਿ ਜੀ ਘਰ ਦਾ ਮਾਮਲਾ ਅਸੀਂ ਕੁਝ ਨਹੀਂ ਬੋਲ ਸਕਦੇ। ਤਾਂ ਇਹ ਕਿਸ ਗੱਲ ਨਾਲ ਇਹ ਘਰ ਦਾ ਮਾਮਲਾ ਰਹਿ ਗਿਆ? ਸਾਰਾ ਇੰਡੀਆ ਦੇਖ ਰਿਹਾ, ਮੋਦੀ ਜੀ ਫਸਟ ਹੁੰਦੇ ਹੈ, ਕਿਸੇ ਵੀ ਗੱਲ ਕੋਈ ਵੀ ਕੰਟਰੀ ਦਾ ਕੋਈ ਇਸ਼ੂ ਹੁੰਦਾ ਵਾ ਉਹ ਪਹਿਲੇ ਜਾ ਕੇ ਬੋਲਦੇ ਹੈਗੇ। ਬਟ ਹੁਣ ਇਹ ਘਰ ਦਾ ਮਾਮਲਾ ਕਿੱਦਾਂ ਐਡੇ ਲੋਕਾਂ ਨੂੰ ਮਿਸਟ੍ਰੀਟ ਕੀਤਾ ਜਾ ਰਿਹਾ ਹੈਗਾ ਵੈ। ਇੰਨੇ ਟਾਈਮ ਤੋਂ ਬੈਠੇ ਹੋਏ ਆ ਧਰਨੇ ਤੇ, ਉਦੋਂ ਤਾਂ ਉਹਨਾਂ ਨੂੰ ਕੁਝ ਖਿਆਲ ਨਹੀਂ ਆਇਆ ਸੀਗਾ। ਹੁਣ ਇੱਕ ਬੰਦੀ ਨੇ ਟਵੀਟ ਕੀਤਾ ਹੈਗਾ ਵੈ ਤੇ ਉਹ ਸਾਰੇ ਉੱਠ ਕੇ ਆ ਗਏ ਹੈਗੇ ਆ। ਪਹਿਲੇ ਸੁੱਤੇ ਪਏ ਸੀਗੇ ਥੋੜੇ ਟਾਈਮ ਪਹਿਲੇ। ਹੁਣ ਗ੍ਰੇਟਾ ਥਨਬਰਗ ਦੀ ਵੀ ਗੱਲ ਕਰੀਏ, ਉਸਨੇ ਵੀ ਟਵੀਟ ਕੀਤਾ। ਉਹਦੀ ਉਮਰ ਵੀ ਛੋਟੀ ਆ ਪਰ ਲੋਕਾਂ ਨੇ ਉਸ ਨੂੰ ਵੀ ਨਹੀਂ ਛੱਡਿਆ, ਜਿਹੜੇ ਇਹਦੇ ਖਿਲਾਫ ਸੀ ਉਹਨੂੰ ਵੀ ਨਹੀਂ ਛੱਡਿਆ। ਉਹਦੇ ਵੀ ਪਤਾ ਨਹੀਂ ਕੀ ਲਿੰਕ, ਕਈਆਂ ਨੇ ਤਾਂ ਕਹਿਤਾ ਪਤਾ ਨਹੀਂ ਮੁਸਲਮਾਨਾਂ ਦੀ ਕੁੜੀ ਹੈ, ਕਈਆਂ ਨੇ ਕਹਿਤਾ ਅੱਤਵਾਦੀਆਂ ਦੀ ਕੁੜੀ ਹੈ। ਇਹੋ ਜਿਹੀਆਂ ਗੱਲਾਂ ਆਉਣ ਲੱਗ ਗਈਆਂ। ਜਦੋਂ ਚੀਜ਼ ਆਪਣੇ ਹੱਕ 'ਚ ਸੋਹਣੀ ਨਹੀਂ ਨਾ ਲੱਗਦੀ, ਸਾਰੀਆਂ ਚੀਜ਼ਾਂ ਖਿਲਾਫ ਲੱਭ ਲੈਂਦੇ ਆ ਲੋਕੀ। ਜਦੋਂ ਬੰਦਾ ਆਪਣੇ ਹੱਕ 'ਚ ਬੋਲਦਾ ਹੁੰਦਾ ਨਾ ਤਾਂ ਬਹੁਤ ਸੋਹਣਾ ਲੱਗਦਾ। ਹੱਕ 'ਚ ਮਤਲਬ ਕਣਕ ਤੁਸੀਂ ਕਹਿ ਰਹੇ ਹੋ ਵੀ ਕਰ ਕੌਣ ਰਿਹਾ? ਤੁਹਾਨੂੰ ਕੀ ਲੱਗਦਾ ਵੀ ਇਸ ਦੇ ਪਿੱਛੇ ਕੌਣ ਹੈ? ਸਰ ਓਬਵੀਅਸਲੀ ਪੋਲੀਟਿਕਸ ਦਾ ਨਾਮ ਹੀ ਦੂਜਾ ਇਹੀ ਹੈ ਕਿ ਸਭ ਨੂੰ ਦਿਖਾਉਣਾ ਕਿ ਜੀ ਅਸੀਂ ਠੀਕ ਹਾਂ ਤੇ ਬਾਕੀ ਸਾਰੇ ਗਲਤ ਹੈਗੇ ਹੈ। ਤਾਂ ਪੋਲੀਟਿਕਸ ਬਹੁਤ ਵੱਡਾ ਰੋਲ ਪਲੇ ਕਰ ਰਹੀ ਹੈ ਇਸ ਚੀਜ਼ 'ਚ। ਸਾਰੇ ਸਿਨੈਰੀਓ ਨੂੰ ਕਿੱਦਾਂ ਦੇਖਦੇ ਹੋ? ਫਾਰਮ ਲੋਸ ਤੇ ਵੀ ਗੱਲ ਕਰ ਰਹੇ ਹਾਂ, ਮੈਂ ट्विटर वार पे भी गल कर रहे हैं, सारे सिनेरियो ਨੂੰ ਕਿੱਦਾਂ देखते हो ਤੇ रिहाने ਦੇ ट्वीट? जैसे अभी रिहाना का भी मैंने ट्वीट पढ़ा था और मतलब बहुत ही शोर हुआ इस बारे में कि ये कैसे बोल दिया, इनका बोलने का अधिकार नहीं है, ये घर का मामला है, ऐसी सारी बातें जो इंडियंस जो एक्टर हैं, सेलिब्रिटीज़ हैं, उन्होंने बोली। तो मुझे नहीं लगता, अगर हम आज के समय कह रहे कि सारा विश्व जो है एक कुटुंब बन रहा है, जो आज के जो इंटरनेट के कारण जो हम बहुत जुड़ चुके हैं आपस में, और यदि हमारे प्रधानमंत्री जो हैं वो उनके देश जा कर के उन्हें कुछ सलाह मशवरा दे सकते हैं तो वहाँ के लोग क्यों नहीं हमें बोल सकते हैं। और रही किसानों की बात, तो जिनके ऊपर बीतती है वही जानता है, बाकी तो सभी बोलने का काम करते हैं। और आजकल अगर सेलिब्रिटीज़ के बारे में हम बात करें तो मुझे ऐसा लगता है कि सबको मतलब अपने आप को शो करना है, दिखाना है कि हाँ हमने बोला ऐसे। और मेन है, अगर तुम किसानों के हक़ में कुछ बोलना चाहते हो या कुछ करना चाहते हो तो उनके साथ जाओ, उनके पास बैठो, देखो कि असल में उनके पास जो वास्तविक कष्ट वो झेल रहे हैं, क्या वो आपके बोलने के अकॉर्डिंग वो बहुत ही मतलब ज़्यादा कष्ट में है। आप जो बोल रहे हो बहुत ही छोटे वर्ड्स हैं उनके लिए, आप नहीं कुछ कर सकते हैं। जिसका अगर मैं
संक्षेप में कहना चाहूँ तो जिसके ऊपर बीतती है वही जानता है। ये किसानों का मुद्दा है, और किसानों का मुद्दा नहीं, पूरे देश का मुद्दा है, क्योंकि जो देश की अर्थव्यवस्था है वो किसानों के ऊपर ही टिकी है। ਗੋਦੀ ਮੀਡੀਆ ਕਹਿੰਦਾ ਵੀ ਗੋਦੀ ਮੀਡੀਆ ਦਾ ਇੱਕ ਐਂਕਰ ਆ, ਚਲੋ ਉਸ ਦਾ ਨਾਮ ਨਾ ਹੀ ਲਵਾਂ ਤਾਂ ਵਧੀਆ ਰਹੂਗਾ। ਉਹ ਕਹਿੰਦਾ ਜਦੋਂ ਵੀ ਹੁਣ ਤੁਸੀਂ ਟਰੈਕਟਰ ਦੇਖੋਗੇ ਤਾਂ ਤੁਹਾਨੂੰ ਡਰ ਲੱਗੂਗਾ। ਇਹ ਖਾਲਿਸਤਾਨੀ ਨੇ, ਵੱਖਵਾਦੀ ਨੇ। ਪੰਜਾਬ ਦੇ ਹੋ ਤੁਸੀਂ? जी नहीं सर, मैं बिहार से हूँ वैसे। नहीं, आप बिहार से हो तो बाद में हम बिहार के खेती के क्या हालात है वो भी बात करेंगे। पहले ये बात करता हूँ भी यहाँ आपको कोई खालिस्तानी या वहाँ आपको कोई खालिस्तानी दिखा? आपको ट्रैक्टर से डर लगता है? आप सिख भी नहीं हो, सिख फैमिली से भी नहीं हो, फार्मर्स को देख के ये लगता है ये खालिस्तानी है? बिल्कुल नहीं सर। और रही अगर यदि आप सिख की बात कर रहे हैं तो मुझे देख कर के बड़ा गर्व महसूस हुआ। और जब मैंने टीवी पे देखा कि वो इतने कष्ट में होने के बावजूद भी लंगर चला रहे हैं कि हम भी खाएं, औरों का भी पेट भरे, और इतनी शांति से। और मैंने शायद एक और बात पढ़ी थी, कहीं पे लिखी हुई थी कि वो चाहते कि ये सारा जो सारी बातचीत है हम शांति के साथ निपटाएं। तो बाकी जो भी उनके बीच में जो कहते हैं हड़कंप मची हुई है, वो राजनीति का कुछ हाथ हो सकता है। अब राजनीति के बारे में हम इतना तो नहीं जानते हैं, लेकिन इतना कह सकते हैं कि राजनीति का कुछ हाथ हो सकता है, और होगा ही होगा। और यदि आपने बिहार की बात की तो बिहार में भी किसान कहीं के भी हों सर, ये किसानों का मुद्दा है। तो मुझे लगता है कि उनकी तकलीफ़ को समझे सरकार, और हम अपने बारे में अच्छा जानते हैं। कोई ज़बरदस्ती हमारे ऊपर ये अच्छा है करके वो चीज़ नहीं थोप सकता है। तो किसान अपने बारे में जानते हैं, वो अपना अच्छा समझ सकते हैं। तो प्लीज़ जो है सरकार उनको समझने की कोशिश करे, उनसे बातचीत करे। APMC ਮੰਡੀਆਂ ਮੇਰੇ ਖਿਆਲ ਬਿਹਾਰ 'ਚ ਨਹੀਂ ਹੈਗੀਆਂ। ਜੇ ਆਪਾਂ ਗੱਲ ਕਰੀਏ ਪ੍ਰਾਈਵੇਟ ਹੀ ਲੋਕ ਖੜਦੇ ਆ, ਮੰਡੀਆਂ ਨਹੀਂ ਹੈਗੀਆਂ। ਕੀ ਹਾਲਾਤ ਹੁੰਦੇ ਆ ਉੱਥੇ ਖੇਤੀਬਾੜੀ ਦੇ? सर वहाँ पर मैं ज़्यादा तो नहीं जानती, लेकिन मैं एक बात कहना चाहूँगी, क्योंकि जो हम भी गृहस्थ फैमिली से ही आते हैं, तो जो हालात देखे हैं मैंने घरों में, तो वहाँ के जो किसान होते हैं एक मिडिल क्लास के ही कह लो, उनको बस ये होता है कि हमारे पास जो भी अनाज अन्न आया है वो किसी तरह मार्केट में पहुँच जाए, एक रेट मिल जाए, हमारे घर का खर्चा चल जाए, तो मार्केट तक पहुँच जाए। तो ये सारा सिस्टम नहीं होना चाहिए सर। और मतलब यदि आप कुछ कानून बना भी रहे हैं तो ऐसे कानून बनाइए कि वो आम लोगों की समझ में आ जाए, उसे घुमाओ फिराओ मत। मतलब वहाँ ये हालात है, जो पंजाब में 1200 मिल रहा है वहाँ 1000 मिले, 700 मिले, बस बेच दो, ऐसा चलता है, ऐसा है जी सर। तो ऐसा मुझे लगता है कि नहीं होना चाहिए, और नहीं होना चाहिए। और उसके बाद जितना मेहनत करते हैं वो उनका दुगना उसे मिलना चाहिए सर, दुगना तिगना मिलना चाहिए। एक किसान है और एक फौज ही है कि जो अड़े रहते हैं अपने काम पर। जब राज्यसभा में उनके मुख में जो खुशी देखते हो, नरेंद्र तोमर हो गए या नरेंद्र मोदी, और खुशी से कह रहे हैं भी ये तो बहुत फ़ायदेमंद है, ये जो लोग विरोध कर रहे हैं ये वैसे ही लोगों को भड़का रहे हैं। सर वो तो कहेंगे ही सर, क्योंकि उन्होंने ही लॉ बनाए हैं, तो वो चाहेंगे कि लोग अपनाएं। और खुशी की बात तो सर वो वही जानते हैं कि इतनी खुशी किस बात की है, लेकिन अब खुश किस बात से हो मुझे ये नहीं समझ में आता सर। यदि किसान का दिख रहा है सर कि वो कितने कष्ट में है, कितने दुख में है, तो हंसना या अपने चेहरे पर एक मुस्कान रखना वो आपको शोभा नहीं देता है एक तरफ से, यदि आप कृषि मंत्री हैं तो। और लॉज के बारे में यदि प्रधानमंत्री यदि कुछ कहते हैं तो सर ये मतलब एक स्वाभाविक है कि हम अपनी बात ही मनवाना चाहते हैं। जी बिल्कुल ये कह सकते हैं। सो क्रिकेट का कौन कौन फैन है अपने चो? ਤੁਸੀਂ ਕ੍ਰਿਕਟ ਦੇ ਫੈਨ ਹੋ। ਗੱਲ ਹੈ ਵੈ ਸਚਿਨ ਤੰਦੂਲਕਰ ਦਾ ਜਦੋਂ ਸੰਨਿਆਸ ਹੋਇਆ ਸੀਗਾ, ਸੰਨਿਆਸ ਲਿਆ ਗਿਆ ਤਾਂ ਉਸ ਟਾਈਮ ਸਾਰੇ ਇਮੋਸ਼ਨਲ ਹੋਏ ਸੀ, ਤੁਸੀਂ ਵੀ ਹੋਏ ਹੋਣੇ ਹੋਏ ਸੀ ਇਮੋਸ਼ਨਲ। ਤੇ ਅੱਜ ਕੀ ਸੋਚਦੇ ਹੋ ਜਦੋਂ ਉਹਨਾਂ ਦਾ ਐਡਾ ਟਵੀਟ ਆਂਦਾ? ਦੇਖੋ ਸਰ ਮੈਂ ਸਚਿਨ ਦਾ ਸ਼ੁਰੂ ਤੋਂ ਹੀ ਬਹੁਤ ਵੱਡਾ ਫੈਨ ਰਿਹਾ ਤੇ ਹੁਣ ਵੀ ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਸੀਗਾ, ਬਟ ਮੈਨੂੰ ਲੱਗਦਾ ਕਿ ਸਚਿਨ ਤੰਦੂਲਕਰ ਨੂੰ ਇਹੋ ਜਿਹੇ ਟਵੀਟ ਕਰਨੇ ਸ਼ੋਭਾ ਨਹੀਂ ਦਿੰਦਾ ਹੈ। ਦੇਖੋ ਜਦ ਆਪਣੇ ਪ੍ਰਧਾਨ ਮੰਤਰੀ ਠੀਕ ਹੈ ਉਹਨਾਂ ਦੇ ਅਮਰੀਕਾ ਦੇ ਵਿੱਚ ਜਾ ਕੇ ਵੋਟਾਂ ਮੰਗ ਸਕਦੇ ਨੇ, ਉਹਨਾਂ ਦੇ ਇੰਟਰਨਲ ਮੈਟਰ ਦੇ ਵਿੱਚ ਘੁੱਸ ਸਕਦੇ ਨੇ, ਇਹ ਤਾਂ ਹਿਊਮਨ ਰਾਈਟਸ ਦਾ ਮੈਟਰ ਹੈ। ਇਹ ਤਾਂ ਹਿਊਮਨ ਰਾਈਟਸ ਦਾ ਮੈਟਰ ਵੀ ਉੱਥੇ ਕਿਸਾਨ ਬਿਜਲੀ ਪਾਣੀ ਦੇ ਬਿਨਾਂ ਉੱਥੇ ਬੈਠੇ ਨੇ
ਠੀਕ ਆ, ਉਹਨਾਂ ਨੂੰ ਰੋਟੀ ਤੱਕ ਵਧੀਆ ਤਰੀਕੇ ਨਾਲ ਨਸੀਬ ਨਹੀਂ ਹੁੰਦੀ, ਰਾਤ ਨੂੰ ਸੌਣ ਨੂੰ ਨਹੀਂ ਵਧੀਆ ਮਿਲਦਾ। ਤੁਸੀਂ ਅਗਰ ਇਹਨਾਂ ਦੀ ਸਪੋਰਟ ਨਹੀਂ ਕਰ ਸਕਦੇ ਤਾਂ ਸਰਕਾਰ ਦੀ ਤਾਂ ਤੁਸੀਂ ਕਿਉਂ ਸਪੋਰਟ ਕਰ ਰਹੇ ਹੋ? ਉਹਨਾਂ ਦੇ ਤਾਂ ਬਿਲਕੁਲ ਬੋਲਣਾ ਨਹੀਂ ਚਾਹੀਦਾ। ਇਹ ਕੋਈ ਇੰਟਰਨਲ ਮੈਟਰ ਨਹੀਂ ਹੈ, ਇੱਥੇ ਕੋਈ ਜੰਗ ਨਹੀਂ ਲੱਗੀ ਹੋਈ ਜੋ ਕਿ ਤੁਸੀਂ ਕਹਿ ਦਿੰਦੇ ਹੋ ਜੀ ਇੰਟਰਨਲ ਮੈਟਰ ਹੈ ਵੀ ਦੋ ਰਾਜਾਂ ਦੀ ਜੰਗ ਲੱਗੀ ਹੋਈ ਹੈ। ਕੋਈ ਜੰਗ ਨਹੀਂ ਹੈਗੀ। ਇਹ ਆਪਣਾ ਹਿਊਮਨ ਰਾਈਟਸ ਦਾ ਮੈਟਰ ਹੈ ਜਿਹਦੇ ਉੱਤੇ ਹਰ ਕੋਈ ਇੰਟਰਨੈਸ਼ਨਲੀ ਬੋਲ ਸਕਦਾ ਹੈ। ਹੁਣ ਆਖਰੀ ਕੀ ਕਹਿਣਾ ਚਾਹ ਰਹੇ ਸੀ ਤੁਸੀਂ? ਸਰ ਮੈਂ ਇਹੀ ਕਹਾਂਗਾ ਜਿਵੇਂ ਤੁਸੀਂ ਕਿਹਾ ਕਿ ਸਚਿਨ ਤੰਦੂਲਕਰ ਦੀ ਬੰਦੇ ਨੂੰ ਜਦੋਂ ਕੋਈ ਆਪਾਂ ਪੂਰੀ ਨੇਸ਼ਨ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਤਾਂ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕਿ ਮੇਰੀ ਇਸ ਗੱਲ ਨਾਲ ਕੀ ਇਫੈਕਟ ਪੈ ਸਕਦਾ ਹੈ। ਸੋ ਠੀਕ ਹੈ, ਹਰੇਕ ਦਾ ਆਪਣਾ ਆਪਣਾ ਵਿਚਾਰ ਜ਼ਰੂਰ ਹੋ ਸਕਦਾ, ਬਟ ਫਿਰ ਜਿਵੇਂ ਉਹਨਾਂ ਨੇ ਕਿਹਾ ਮੇਰੇ ਸਾਥੀ ਨੇ ਕਿ ਹਿਊਮਨ ਰਾਈਟਸ ਦਾ ਮੈਟਰ ਹੈ। ਤੁਸੀਂ ਇੱਕ ਵਾਰੀ ਉੱਥੇ ਉਹ ਵੀ ਇਸੀ ਧੁੱਪ ਦੇ ਵਿੱਚ ਖੇਡਦੇ ਹੋ, ਉਹਨਾਂ ਨੂੰ ਉਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਧੁੱਪ ਕਿਵੇਂ ਝੇਲੀ ਜਾਂਦੀ ਹੈ। ਪਰ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ 100 ਦਿਨ ਤੋਂ ਉੱਪਰ ਹੋ ਗਿਆ, ਇੰਨੇ ਕਿਸਾਨ ਸ਼ਹੀਦ ਹੋਏ, ਉਸ ਕੰਡੀਸ਼ਨ ਦੇ ਵਿੱਚ ਇਹ ਬਿਆਨ ਆਉਣਾ ਥੋੜਾ ਹਜ਼ਮ ਨਹੀਂ ਹੁੰਦਾ ਔਰ ਦੁੱਖ ਲੱਗਦਾ। ਧੁੱਪ 'ਚ ਖੇਡਣ ਤੋਂ ਬਾਅਦ ਉਹਨਾਂ ਨੂੰ ਤਾਂ ਕਰੋੜਾਂ ਵੀ ਮਿਲ ਜਾਂਦੇ ਆ, ਇਹ ਵਿਚਾਰਿਆਂ ਨੂੰ ਤਾਂ ਮੁੱਲ ਵੀ ਨਹੀਂ ਮਿਲਦਾ। ਬਿਲਕੁਲ ਬਿਲਕੁਲ, ਉਹਨਾਂ ਨੂੰ ਕਰੋੜਾਂ ਮਿਲ ਰਿਹਾ, ਇਹ ਤੇ ਵਿਚਾਰਾ ਭੁੱਖਾ, ਚਲੋ ਭੁੱਖਾ ਭਾਣਾ ਨਹੀਂ, ਅਗਰ ਫਿਰ ਵੀ ਜੋ ਵੀ ਆਪਣੇ ਪੈਸਿਆਂ ਤੇ ਕਰ ਰਿਹਾ ਨਾ, ਜੋ ਵੀ ਕਰ ਰਿਹਾ ਤਾਂ ਉਹਨਾਂ ਨੂੰ ਸਾਰੇ ਸਰਕਾਰ ਦਾ ਪੈਸਾ ਆ ਰਿਹਾ, ਉਸ ਤੋਂ ਬਾਅਦ ਮਿਲਦਾ ਵੀ ਹੈ। ਸੋ ਇਸ ਜਿਹੜੀ ਘਟਨਾ ਤੋਂ ਥੋੜਾ ਦੁੱਖ ਤੇ ਬੰਦੇ ਨੂੰ ਹੁੰਦਾ ਕਿ ਜਦੋਂ ਆਪਾਂ ਭਾਰਤ ਰਤਨ ਹੋਈਏ ਔਰ ਇਹੋ ਜਿਹੀ ਗੱਲ ਕਰੀਏ ਤਾਂ ਸ਼ੋਭਾ ਨਹੀਂ ਦਿੰਦਾ। ਇੱਕ ਇਹ ਸਵਾਲ ਮੈਂ ਤੁਹਾਡੇ ਤੋਂ ਕੁੜੀਆਂ ਤੋਂ ਪੁੱਛਣਾ ਚਾਹਾਂਗਾ। ਇੱਕ ਨੌਦੀਪ ਨਾਂ ਦੀ ਕੁੜੀ ਹੈ, ਨੌਦੀਪ ਕੌਰ, ਸ਼ਾਇਦ ਤੁਸੀਂ ਸੁਣਿਆ ਹੋਵੇ ਜਾਂ ਨਾ ਸੁਣਿਆ ਹੋਵੇ, ਵੀ ਉਹ ਵੀ ਉਹ ਪਹਿਲਾਂ ਦੀ ਗਾਇਬ ਸੀ। ਬਾਅਦ ਚੋਂ ਪਤਾ ਲੱਗਦਾ ਵੀ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲਿਆ ਗਿਆ। ਪੁਲਿਸ ਨੇ ਹਿਰਾਸਤ 'ਚ ਵੀ ਉਹਨੂੰ ਲਿਆ ਤੇ ਲੇਡੀ ਪੁਲਿਸ ਨੇ ਨਹੀਂ ਲਿਆ, ਜੈਂਟਸ ਪੁਲਿਸ ਉਹਨੂੰ ਲੈ ਕੇ ਗਈ। ਤੇ ਤੁਹਾਨੂੰ ਨਹੀਂ ਲੱਗਦਾ ਵੀ ਹਿਊਮਨ ਰਾਈਟਸ ਦਾ ਪੂਰੀ ਤਰ੍ਹਾਂ ਘਾਣ ਹੋ ਰਿਹਾ? नहीं, इस पे ये तो नहीं कह सकते हम कि ह्यूमन राइट्स पे ये एक मतलब विरोध हो रहा है, क्योंकि ह्यूमन राइट्स की जगह हम अगर ये देखें, ये तो पक्षपात हो जाएगा एक औरत और एक पुरुष को लेके, ठीक है। अगर जो हम एक तरफ से कहते हैं हमारा समाज विकास कर रहा है, अगर विकास की ओर हमारा समाज है, तो पुरुष और स्त्री के अंदर फिर इस तरह से भेदभाव नहीं होना चाहिए, ठीक है। अगर उसे पुरुष पकड़ रहा है तो इसमें कोई आपत्ति नहीं है। हाँ, अगर ऑब्जेक्शन उस लड़की को खुद को है कि हाँ मुझे एक लेडीज़ कांस्टेबल ही पकड़े तो ज़्यादा बेटर होगा, तब हम ये आवाज़ उठा सकते हैं। लेकिन अगर उसको खुद को कोई आपत्ति नहीं है तो फिर ਹਜੇ ਤੱਕ ਉਹ ਜੇਲ੍ਹ 'ਚ ਹੈ, ਹਜੇ ਤੱਕ ਜੇਲ੍ਹ ਤੋਂ ਬਾਹਰ ਨਹੀਂ ਆਈ। ਉਹਦੇ ਘਰਦਿਆਂ ਨਾਲ ਵੀ ਜੇ ਗੱਲਬਾਤ ਹੋ ਰਹੀ ਹੈ ਤਾਂ ਉਹ ਕਹਿ ਰਹੇ ਹੋ ਤੇ ਕਾਫੀ ਤਸ਼ੱਦਦ ਢਾਈ ਜਾ ਰਹੀ। हाँ, अगर एक सांस्कृतिक तौर पर देखें तो हाँ इस चीज़ पर आपत्ति उठ भी सकती है, क्योंकि हमारी फैमिली के अंदर ये सब चीज़ें अलाउ नहीं हो सकती। अगर हम ये सोचें कि एक समाज के अंदर हम रहते हैं तो कोई और आके हमें लेके जाए, ठीक है, उस चीज़ का हम विरोध कर सकते हैं। लेकिन एक हमारे देश की सेवा करने वाले जो नागरिक हैं, हम जो हमारी पुलिस सर्विस है, तो उसे तो पूरा अधिकार है पूर्ण रूप से। तो हम सवाल नहीं उठा सकते कि वो उस लड़की को लेके गए या नहीं लेके गए। नहीं, आप मतलब आप क्या कहना चाह रहे हो भी पुलिस ने जो 26 तारीख को किया, या इधर भी साइड भी मैं भी कहता हूँ गलतियाँ हुई, बट पुलिस ने भी जैसे कई लोगों को ऐसे उठा लिया। ATI रोड जो रोड मैप में आती थी वहाँ भी आंसू गैस चले, मतलब जो उन्होंने रोड मैप दे दिया था उसमें भी आंसू गैस चल रहे थे। बट ये अभी तो वो लिंक रोड गए भी नहीं थे, ATI रोड पे ही आंसू गैस चलने शुरू हो गए, जहाँ उन्होंने मैप दे दिया था। एक दिन पहले किसान जत्थेबंदियाँ जाती हैं, उनके साथ मीटिंग होती है, आपको ये मैप दिया जाता है, वहाँ भी आंसू गैस चलने और ये ऐसी तशद्दुद होनी, क्या वो सही थे? नहीं, ये सही भी नहीं है और ये हालात को देखे जाए तो ये गलत भी नहीं है, क्योंकि अगर जनता अपने सीमा को उल्लंघने की कोशिश करे, ठीक है, जैसे कि स्वतंत्रता दिवस पर जो हुआ वो हमारे देश के लिए अच्छी बात तो नहीं है। लेकिन गणतंत्र नहीं, वो गणतंत्र दिवस पे हुआ, उसकी बात वो बात मैं नहीं कर रहा हूँ। मैं क्या कह रहा हूँ, ATI रोड पर वहाँ आंसू गैस चलने और वहाँ किसानों के साथ मारपीट होनी, उन किसानों से साथ मारपीट होनी जो लंगर छका रहे थे। टिकरी बॉर्डर की जो तस्वीरें हैं, जगसीर सिंह की जो तस्वीर वो सारों ने देखी है, वो पुलिस उसके साथ ही उसके पास ही लंगर छका होंगे, बाद में उसको ही लाठियाँ पड़ी हैं, उसकी पगड़ी उतर गई, उसके सिर पे खून निकल रहा है। ये बातें भी तो हैं, अगर हम वो देखें तो ये भी तो बात है। और 26 और 27 नवंबर को वो कहते हैं हमने आंदोलन करना है, तो दिल्ली में नवंबर पहले क्या हरियाणा में बात करते हैं, हरियाणा में
वो इतने बड़े बड़े गड्ढे बना दिए जाते हैं भी किसान आगे ना जा पाए, इतने आंसू गैस झेल के वो तो भी पहुंचते हैं दिल्ली के सिंगू बॉर्डर पर और टिकरी बॉर्डर पर बैठ जाते हैं। मतलब क्यों दिल्ली को जाने के रोका जा रहा है? दिल्ली तो हमारी भी है, हम कोई दिल्ली से अलग तो नहीं है। वो जैसे हमें गवर्नमेंट ने कहा कि हम अपनी बात रखने का सभी को अधिकार है, ठीक है, लेकिन उसकी भी एक सीमा होती है, उसकी भी एक सीमा होती है। एक दायरे में रह के ही हम अपनी बात को रख सकते हैं। जैसे कि गवर्नमेंट ने पहले भी कहा था कि आप आंदोलन कीजिए, कर सकते हो या कर रहे हो, ठीक है, उस पर उनको कोई ऑब्जेक्शन नहीं था, तब तक गवर्नमेंट ने कोई एक्शन नहीं लिया। लेकिन जब लोगों ने उस चीज़ का गलत जैसे कि किसानों ने उस चीज़ का गलत फ़ायदा उठाया, मैं ऐसे नहीं कह रही कि सभी एक जैसे हैं, उसमें हो सकता है कोई एलिमेंट्स या कोई ऐसे पॉलिटिशियंस हो भी सकते हैं उसमें और मिले भी होंगे, तो उन्होंने उस चीज़ को ऐसा बढ़ावा दे दिया कि सारा नाम किसानों पर आ गया। तो उस चीज़ को रोकने के लिए गवर्नमेंट को भी तो कोई एक्शन लेना होगा। गवर्नमेंट को एक्शन मैं कह रहा हूँ, आप बार बार 26 जनवरी की बात कर रही है, मैं 26 नवंबर पे आ गया हूँ जब किसानों ने कुछ किया भी नहीं था। 2 महीने से शांतमय प्रदर्शन हो रहा था, आवाज़ नहीं सुनी, तो उन्होंने कहा हमें कुछ नहीं, हमने दिल्ली जाके बस आंदोलन करना है, दिल्ली जाके आंदोलन करना है, वापस आ जाना है, ठीक है, दिल्ली जाके आंदोलन करना है, वापस आ जाना है। अगर ऐसी तशद्दुद ना करते तो पक्का मोर्चा भी ना लगता। इन्होंने धक्का तो किया ना सरकार ने भी, ये इनको बीच में क्यों रोका गया? अगर मैं भी नागरिक हूँ, मैं भी दिल्ली जाना चाहता हूँ, मुझको क्यों रोक रही है सरकार? अब ये तो गवर्नमेंट को ही पता होगा उन्होंने क्यों किया ऐसा। आप अपनी बातों में आप बोल मैं अब वही बात है ना, अब गवर्नमेंट को हम कोई नहीं पंगा ले सकता गवर्नमेंट के साथ, ठीक क्यों है, नहीं ले सकते? गवर्नमेंट धक्का अपना देखकर करते हैं हम। बात ये पंगा लेने की है, बात ये है अपने हक मनवाने की। अगर किसानों को पूछ के ही नहीं बिल बनाया गया, किसान कह रहे हैं कोई ना हम बिल बनाओ, किसान अब मान रहे हैं आप बिल दोबारा बना लो, हमें बिठा लो, तो उसमें क्या है, प्रॉब्लम क्या है? अगर सस्पेंड ही कर रहे हैं, सस्पेंड हम कर रहे हैं, तो हम वापस क्यों नहीं ले सकते कानून? ये तो यही हो गया, आप भी रख लो, हम भी रख लेते हैं। गवर्नमेंट को कहीं ना कहीं अगर वो किसान के लिए सोच भी रही है कि हाँ ये चीज़ सही है, तो उनको उनका फेवर भी देखना चाहिए कि उनके ऊपर जो बीत रही है वो उनको पता है कि ये उनके लिए बेकार भी है। फेवर क्या है इस कानून में? फेवर क्या है? ये मुझे 5 बातें बता दो, क्या फेवर है? मैं 5 बातें बता दूं, मैं आपका मान जाऊं। फेवर कैसे? नहीं, ये बिल किसानों के लिए कैसे फायदेमंद है? 5 बातें बता दो। ये फायदेमंद हो भी सकता और नहीं भी हो 5 सकता। चीजें बता दो ना फिर मुझे। एक तो जैसे बिल पहले पास किया गया था, कौन सा था? प्रोड्यूस ट्रेड एंड हाँ कॉमर्स। जी, हाँ जी, तो वो आड़ती वालों का सिस्टम जो खत्म हो गया, एक तरह से गवर्नमेंट ने ये ठीक भी किया कि किसान अपना जो धान बना रहा है वो सीधा जाके मंडी में बेच सकता है, ठीक है, लेकिन किसानों को ये है कि आड़ती सिस्टम, ये देखो बिहार में खत्म है ना आड़ती सिस्टम, कितना फायदा हो रहा है? सर मैं इसके ऊपर नहीं कह सकती, मुझे नहीं पता इसके आप बताओ। नहीं कितना फायਦਾ ਹੋ ਰਿਹਾ ਜੀ ਬਿਹਾਰ ਚ ਆੜਤੀ ਸਿਸਟਮ? ਜਿਵੇਂ ਯੂਪੀ ਬਿਹਾਰ ਦੇ ਵਿੱਚ ਹੋ ਰਿਹਾ ਵਾ, ਉੱਥੇ 1800 ਰੁਪਿਆ ਐਮਐਸਪੀ ਆ ਤੇ ਉਹ 8-900 ਰੁਪਏ ਵੇਚ ਰਹੇ ਆ। ਇਹ ਬਹੁਤ ਵੱਡਾ ਫਾਇਦਾ 8-900 ਰੁਪਏ ਵੇਚ ਰਹੇ, ਕਿੰਨਾ ਵੱਡਾ ਫਾਇਦਾ ਤੁਸੀਂ ਆਪ ਸੋਚੋ। ਸਰ 800-900 ਰੁਪਏ ਦਾ ਫਾਇਦਾ ਹੋ ਰਿਹਾ ਨਹੀਂ, ਆਪਾਂ ਇਹ ਥੋੜੀ ਦੇਖਣਾ ਸਰਕਾਰ ਨੇ ਕਿ 1000 ਰੁਪਏ ਦਾ ਨੁਕਸਾਨ ਹੋ ਰਿਹਾ, ਸਰਕਾਰ ਤੇ ਤੁਹਾਨੂੰ ਕਹੂਗੀ ਤੁਹਾਨੂੰ 800 ਰੁਪਏ ਦਾ ਫਾਇਦਾ ਹੋ ਰਿਹਾ। ਨਹੀਂ 800 ਗੱਲ ਹੈ ਵੇ, ਮਤਲਬ ਫਾਇਦਾ ਫਿਰ ਕਿੰਨੂੰ ਹੋ ਰਿਹਾ? ਕਿਸਾਨਾਂ ਨੂੰ ਤਾਂ ਨਹੀਂ ਹੋ ਰਿਹਾ? ਬਿਲਕੁਲ ਨਹੀਂ ਹੋ ਰਿਹਾ ਸਰ। ਦੇਖੋ ਕਿਤੇ ਨਾ ਕਿਤੇ ਜਿਵੇਂ ਆੜਤੀਏ ਦੀ ਗੱਲ ਕੀਤੀ, ਪਹਿਲੇ ਜਿਹੜਾ ਕਮਿਸ਼ਨ ਦੀ ਗੱਲ ਸੀ, ਆੜਤੀਏ ਦਾ ਕਮਿਸ਼ਨ ਹੁੰਦਾ ਸੀ, ਸਟੇਟ ਦਾ ਰੈਵਨਿਊ ਹੁੰਦਾ ਸੀਗਾ, ਪੰਜਾਬ ਤੇ ਹਰਿਆਣਾ ਨੂੰ ਸਭ ਤੋਂ ਵੱਧ ਇਹ 'ਚੋਂ ਰੈਵਨਿਊ ਮਿਲਦਾ ਸੀਗਾ ਮੰਡੀਆਂ ਦੇ ਤੋਂ। ਕਿਤੇ ਨਾ ਕਿਤੇ ਸਟੇਟ ਲਈ ਤਾਂ ਨੁਕਸਾਨ ਹੈ ਹੀ ਹੈ, ਉਹਨਾਂ ਨੂੰ ਆਪਣਾ ਡਰ ਹੈ ਕਿ ਸਾਡਾ ਰੈਵਨਿਊ ਜੇ ਜਾਏਗਾ ਤਾਂ ਤਨਖਾਹਾਂ ਕਿੱਥੋਂ ਦੇਣੀਆਂ ਮੁਲਾਜ਼ਮਾਂ ਦੀਆਂ। ਤੇ ਪਰ ਗੱਲ ਇਹ ਹੈ ਕਿ ਉਹ ਚੀਜ਼ ਠੀਕ ਹੈ, ਆੜਤੀ ਦਾ ਕਮਿਸ਼ਨ ਠੀਕ ਹੋ ਰਿਹਾ, ਬਟ ਜਿਹੜੀ ਕਿਸਾਨਾਂ ਦੀ ਪ੍ਰੋਬਲਮ, ਅਸਲ ਪ੍ਰੋਬਲਮ ਹੈ, ਉਹ ਵੀ ਤੇ ਸੁਣਨੀ ਚਾਹੀਦੀ ਨੇ ਨਾ। ਜਿਵੇਂ ਹੁਣੇ ਤੁਸੀਂ ਪੁੱਛਿਆ ਕਿ ਜਿਵੇਂ ਕਿਸਾਨ ਕਹਿ ਰਿਹਾ ਕਿ ਦੁਬਾਰਾ ਬਣਾ ਹੀ ਰਹੇ ਹੋ ਤਾਂ ਹਮੇ ਵੀ ਬਿਠਾ ਲਓ ਸਾਥ ਮੇਂ। ਤੇ ਜਿੱਥੇ ਤੱਕ ਮੇਰਾ ਖਿਆਲ ਹੈ ਸਰ, ਕੋਈ ਵੀ ਪਾਲਿਸੀ ਬਣਦੀ ਹੈ ਖਾਸ ਕਰਕੇ ਆਪਣੇ ਦੇਸ਼ ਦੇ ਵਿੱਚ, ਉਹ ਸਿਰਫ ਏਸੀ ਆਫਿਸਿਸ ਦੇ ਵਿੱਚ ਹੀ ਬੈਠ ਕੇ ਬਣਾਈ ਜਾਂਦੀ ਹੈ। ਕਿਹਨੂੰ ਇਨਵੋਲਵ ਕੀਤਾ ਜਾਂਦਾ? ਉਹਨਾਂ ਨੂੰ ਡਰ ਤੇ ਇਸ ਗੱਲ ਦਾ ਵੀ ਜੇ ਇਨਵੋਲਵਮੈਂਟ ਹੋਗੀ ਤਾਂ ਕਿਤੇ ਨਾ ਕਿਤੇ ਬਿੱਲ ਝੂਠੇ ਪੈ ਹੀ ਜਾਣੇ ਆ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ। ਵੀਡੀਓ ਕੁਛ ਲੰਬੀ ਵੀ ਚਲੇਗੀ, ਟਾਈਮ ਸ਼ਾਰਟੇਜ ਹੋਣ ਦੇ ਕਰਕੇ ਬਸ ਇੰਨਾ ਹੀ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾ ਪਰਸਨ ਸਤਵੰਤ ਮਠਾਰੂ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।